मैं साथ वीर वीर राम गुसैया जी के जीवना मोहे नाम विसारो मैं जन तेरा मोहे नाम विसारो मैं जन तेरा राम गुसैया मेरी संगत को सोच दिन राती मेरी संगत को सोच दिन राती मेरा कर्म कुटिया जन्म कुलाती मेरा कर्म कुटिया जन्म कुलाती राम गुसैया जी के जीवना राम गुसैया जी के जीवना मोहे नाम विसारो मैं जान तेरा मोहे नाम विसारो मैं जान तेरा राम गुसैया जी के जीवना मेरी हरो विपत जन करो सुबारी मेरी हरो विपत जन करो सुबारी चरण न छाड़ू शरीर तल जाई चरण न छाड़ू शरीर तल जाए राम गुसैया जी के जीवना राम गुसैया जी के जीवना मोहे नाम विसारो मैं जान तेरा तू मेरो मेर परम स्वामी ओट गहे मैं तेरी ना तुम डोलो ना हम गिरते रख लीनी हर मेरी
अब तब जब कब तू ही हम तो प्रसाद सुखी सधे। प्यारे दर्शकों, जो आज सानू वीनस टेलीविजन चैनल 805 और श्री गुरदास मिशन इंटरनेशनल थ्रू सानू देख और सुन रहे हैं, दास उन्हां सारे दर्शकों ਅਤੇ ਸਰੋਤਿਆਂ ਨੂੰ ਆਪਣੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਜੈ ਗੁਰਦੇਵ ਬੁਲਾਉਂਦਾ ਹੈ। ਅੱਜ ਫੇਰ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੇ ਨਾਲ ਆਪ ਜੀ ਦੇ ਸਨਮੁਖ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਏ ਹਾਜ਼ਰ ਹੋਏ ਹਾਂ ਔਰ ਦਾਸ ਆਸ ਕਰਦਾ ਹੈ ਕਿ ਜ਼ਰੂਰ ਤੁਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਜਿੱਥੇ ਆਪ ਦੇਖੋਗੇ ਉੱਥੇ ਸਾਰੇ ਰਿਸ਼ਤੇਦਾਰਾਂ ਨੂੰ ਆਂਢੀਆਂ ਗੁਆਂਢੀਆਂ ਨੂੰ ਵੀ ਜ਼ਰੂਰ ਦੱਸ ਪਾਉਂਦੇ ਰਹਿਣਾ ਤਾਂ ਕਿ ਜੋ ਇਹ ਪ੍ਰੋਗਰਾਮ ਹੈ ਆਪਾਂ ਚਲਾਇਆ ਹਰ ਘਰ ਘਰ ਵਿੱਚ ਇਸ ਦੀ ਪਹੁੰਚ ਹੋ ਜਾਣੀ ਚਾਹੀਦੀ ਹੈ। ਦਾਸ ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਆਰੰਭ ਕਰੇ, ਜੋ ਇਸ ਹਫ਼ਤੇ ਜਾਂ ਆਉਣ ਵਾਲੇ ਹਫ਼ਤਿਆਂ ਵਿੱਚ ਪ੍ਰੋਗਰਾਮ ਹਨ, ਜ਼ਰੂਰੀ ਸਮਝਦਾ ਹੈ ਕਿ ਆਪ ਜੀ ਨੂੰ ਉਹਨਾਂ ਤੋਂ ਵੀ ਜਾਣਕਾਰੀ ਕਰਾਇਆ ਜਾਵੇ। ਜਿਸ ਤਰ੍ਹਾਂ ਇਸ ਆਉਣ ਵਾਲੇ ਹਫ਼ਤੇ ਵਿੱਚ 26 ਤਰੀਕ ਨੂੰ ਦੀਵਾਲੀ ਦਾ ਤਿਉਹਾਰ ਹੈ ਔਰ ਇਹ ਜੋ ਦੀਵਾਲੀ ਦਾ ਤਿਉਹਾਰ ਹੈ ਆਪਾਂ ਸਭ ਜਾਣਦੇ ਹਾਂ ਕਿ ਹੁਣ ਇਹ ਇੰਡੀਆ ਦਾ ਹੀ ਨਹੀਂ ਬਲਕਿ ਦੁਨੀਆ ਭਰ ਦਾ ਇਹ ਮਸ਼ਹੂਰ ਤਿਉਹਾਰ ਬਣ ਗਿਆ ਹੈ। ਉਸ ਦਿਨ ਸ਼੍ਰੀ ਗੁਰਦਾਸ ਧਾਰਮਿਕ ਸਭਾ 181 ਡੱਲੀ ਰੋਡ ਸ਼੍ਰੀ ਗੁਰਦਾਸ ਟੈਂਪਲ ਵਿਖੇ ਸ਼ਾਮਾਂ ਦੀਵਾਨ ਔਰ ਕੀਰਤਨ ਹੋਣਗੇ ਔਰ ਨਾਲ ਹੀ ਫਾਇਰਵਰਕ ਡਿਸਪਲੇ ਵੀ ਹੋਵੇਗਾ। ਸੋ ਦਾਸ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਬੁੱਧਵਾਰ ਵਾਲੇ ਦਿਨ 26 ਤਰੀਕ ਦੀਵਾਲੀ ਦੇ ਤਿਉਹਾਰ ਤੇ ਸਾਰੇ ਹੁਮ ਹੁਮਾ ਕੇ ਗੁਰੂ ਘਰ ਆਓ ਔਰ ਗੁਰੂ ਘਰ ਦੀਆਂ ਰੌਣਕਾਂ ਵਧਾਓ ਅਤੇ ਆਪਣੇ ਜੀਵਨ ਵਿੱਚ ਜੋ ਇਸ ਦੀਵਾਲੀ ਦਾ ਮਹੱਤਵ ਹੈ ਉਸ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਸਫਲ ਕਰੋ ਜੀ। ਔਰ ਉਸ ਤੋਂ ਬਾਅਦ 6 ਨਵੰਬਰ ਨੂੰ ਸਤਿਗੁਰੂ ਨਾਮਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਦਾਸ ਆਪ ਜੀ ਨੂੰ ਸੂਚਿਤ ਕਰ ਦੇਵੇ ਕਿ ਅਗਲੇ ਹਫ਼ਤੇ ਤੋਂ ਲੈ ਕੇ 2 ਹਫ਼ਤੇ ਤੱਕ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਉੱਪਰ ਉਹਨਾਂ ਦੇ ਆਗਮਨ ਦੀ ਖੁਸ਼ੀ ਵਿੱਚ 2 ਹਫ਼ਤੇ ਉਹਨਾਂ ਦੇ ਜੋ ਮਨੁੱਖਤਾ ਵਾਸਤੇ ਕੀਤੇ ਹੋਏ ਪਰਉਪਕਾਰ ਔਰ ਜੋ ਉਹਨਾਂ ਦੀ ਦੇਣ ਹੈ ਉਸ ਬਾਰੇ ਆਪਾਂ ਡਿਸਕਸ ਕਰਾਂਗੇ ਔਰ ਉਹਨਾਂ ਦੇ ਸ਼ਬਦਾਂ ਰਾਹੀਂ ਉਹਨਾਂ ਦੀ ਜੀਵਨੀ ਵਿੱਚੋਂ ਆਪਾਂ ਸਾਰੇ ਉਪਦੇਸ਼ ਔਰ ਉਹਨਾਂ ਦਾ ਜੋ ਸਾਡੇ ਵਾਸਤੇ ਉਪਦੇਸ਼ ਹੈ ਉਸ ਨੂੰ ਆਪ ਤੱਕ ਪਹੁੰਚਾਇਆ ਜਾਵੇਗਾ। ਸੋ ਅੱਜ ਦਾ ਜੋ ਪ੍ਰੋਗਰਾਮ ਹੈ, ਅੱਜ ਆਪਾਂ ਦੀਵਾਲੀ ਉੱਪਰ ਵੀ ਗੱਲ ਕਰਾਂਗੇ ਔਰ ਜੋ ਦਾਸਾਂ ਨੇ ਪਹਿਲਾਂ ਆਪ ਜੀ ਨੂੰ ਸੂਚਿਤ ਕੀਤਾ ਸੀ ਕਿ ਜੋ ਸਾਡੇ ਮਹਾਨ ਰਹਿਬਰ ਮਹਾਂਪੁਰਸ਼ ਜਿਨ੍ਹਾਂ ਨੂੰ ਆਪਾਂ ਸੰਤ ਜਨ, ਉੱਤਮ ਪੁਰਸ਼, ਭਗਤ ਜਨ ਹੋਰ ਕਈ ਨਾਵਾਂ ਨਾਲ ਦਾ ਪੁਕਾਰਦੇ ਹਾਂ, ਉਹਨਾਂ ਦੇ ਜੀਵਨ ਸੰਬੰਧੀ ਕਿਉਂਕਿ ਬਹੁਤ ਸਾਰਾ ਇਤਿਹਾਸ ਅੱਜ ਚੁੱਪ ਹੈ। ਉਹਨਾਂ ਦੇ ਜੋ ਕੀਤੇ ਹੋਏ ਕੰਮ ਹਨ, ਉਹਨਾਂ ਦੇ ਜੋ ਕੀਤੇ ਹੋਏ ਪਰਉਪਕਾਰ ਹਨ, ਬਹੁਤ ਸਾਰੇ ਇਤਿਹਾਸਾਂ ਵਿੱਚ ਕਈਆਂ ਮਹਾਂਪੁਰਸ਼ਾਂ ਦੇ ਨਾਮ ਵੀ ਨਹੀਂ ਦੱਸੇ ਜਾਂਦੇ। ਸੋ ਦਾਸਾਂ ਦੀ ਕੋਸ਼ਿਸ਼ ਹੋਵੇਗੀ ਕਿ ਉਹਨਾਂ ਸਾਰੇ ਹੀ ਮਹਾਂਪੁਰਸ਼ਾਂ ਦੇ ਨਾਮ ਜਿਨ੍ਹਾਂ ਦੇ ਆਪਾਂ ਜਾਣੂ ਹਾਂ, ਜੋ ਆਪਣੀ ਕਮਿਊਨਿਟੀ ਵਾਸਤੇ ਉਹਨਾਂ ਨੇ ਕੀਤਾ ਹੈ, ਜੋ ਵੀ ਸਾਨੂੰ ਉਸ ਪਰਮਾਤਮਾ ਵੱਲੋਂ ਸਤਿਗੁਰੂ ਗੁਰਦਾਸ ਮਹਾਰਾਜ ਦੀ ਬਖਸ਼ਿਸ਼ ਦੁਆਰਾ ਸੋਝੀ ਹੈ, ਜੋ ਅੱਜ ਤੱਕ ਅਸੀਂ ਸੁਣਿਆ ਹੈ ਮਹਾਂਪੁਰਸ਼ਾਂ ਦੀ ਜ਼ੁਬਾਨੀ, ਉਹਨਾਂ ਰਚਨਾ ਤੋਂ ਆਪ ਤੱਕ ਜ਼ਰੂਰ ਉਹ ਪਹੁੰਚਾਇਆ ਜਾਵੇਗਾ। ਸਾਡੀ ਕੋਸ਼ਿਸ਼ ਰਹੇਗੀ। ਤੋ ਉਹਨਾਂ ਮਹਾਂਪੁਰਸ਼ਾਂ ਨੇ ਸਾਡੇ ਵਾਸਤੇ ਜੋ ਘਾਲਣਾ ਘਾਲੀਆਂ, ਉਹਨਾਂ ਨੂੰ ਕਿਉਂ ਸਾਡੇ ਤੋਂ ਪਰਾਂ ਰੱਖਿਆ ਗਿਆ, ਕਿਉਂ ਨਹੀਂ ਸਾਡੇ ਸਨਮੁਖ ਉਸ ਨੇ ਇਤਿਹਾਸ ਆਏ, ਇਹਨਾਂ ਬਾਰੇ ਜ਼ਰੂਰ ਆਪ ਜੀ ਨਾਲ ਇਹ ਚਰਚਾ ਕੀਤੀ ਜਾਵੇਗੀ ਔਰ ਆਪ ਤੱਕ ਇਹ ਜਿੰਨੀ ਵੀ ਸਾਡੇ ਕੋਲ ਕੋਸ਼ਿਸ਼ ਹੋ ਚੁੱਕੀ ਆਪ ਤੱਕ ਉਹ ਜਾਣਕਾਰੀ ਜ਼ਰੂਰ ਪਹੁੰਚਾਈ ਜਾਵੇਗੀ, ਸਾਡੀ ਕੋਸ਼ਿਸ਼ ਹੋਵੇਗੀ। ਤੋ ਅੱਜ ਆਪਾਂ ਇਹ ਜੋ ਵਿਸ਼ਾ ਹੈ ਖਾਸ ਕਰਕੇ ਦੀਵਾਲੀ ਦਾ, ਇਸ ਦੇ ਨਾਲ ਹੀ ਆਪਾਂ ਥੋੜ੍ਹੀ ਬਹੁਤ ਉਹਨਾਂ ਮਹਾਂਪੁਰਸ਼ਾਂ ਬਾਰੇ ਵੀ ਗੱਲ ਕਰੀ ਜਾਣੀ ਹੈ ਨਾਲ ਨਾਲ ਕਿ ਜਿਨ੍ਹਾਂ ਨੇ ਸਾਡੇ ਜੀਵਨ ਵਿੱਚ ਇਹਨਾਂ ਕੁਛ ਸਿੱਖਿਆ ਨੂੰ ਛੱਡ ਗਏ, ਅਸੀਂ ਉਹਨਾਂ ਜੋ ਕੀ ਗ੍ਰਹਿਣ ਕੀਤਾ, ਕਿੱਥੋਂ ਤੱਕ ਅਸੀਂ ਉਹਨਾਂ ਦੀ ਸਿੱਖਿਆ ਤੇ ਚੱਲੇ ਹਾਂ ਔਰ ਉਹਨਾਂ ਦੀ ਸਿੱਖਿਆ ਜੇ ਨਹੀਂ ਬਾਕੀ ਸਮਾਜ ਤੱਕ ਪਹੁੰਚੀ ਤਾਂ ਕੀ ਕਾਰਨ ਸੀ।
ਸੋ ਆਓ ਅੱਜ ਆਪਾਂ ਜੇ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਸਾਡੇ ਵਿੱਚ ਉਹ ਮਹਾਪੁਰਸ਼ ਅੱਜ ਤੋਂ 12ਵੀਂ ਸਦੀ ਵਿੱਚ ਜਿਨ੍ਹਾਂ ਨੇ ਸਭ ਤੋਂ ਪਹਿਲਾਂ, ਜਿਨ੍ਹਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸਭ ਤੋਂ ਪਹਿਲਾਂ 12ਵੀਂ ਸਦੀ ਵਿੱਚ ਉਹ ਮਹਾਪੁਰਸ਼ ਹੋਏ ਹਨ। ਔਰ ਜਿਨ੍ਹਾਂ ਵਿੱਚ ਸਭ ਤੋਂ ਜੋ ਪੁਰਾਣੀ ਬਾਣੀ ਹੈ, ਪਹਿਲੀ ਬਾਣੀ ਹੈ, ਉਹ ਹੈ ਸਤਿਗੁਰੂ ਜੈਵਦੇਵ ਮਹਾਰਾਜ ਜੀ ਦੀ। ਉਸ ਤੋਂ ਬਾਅਦ ਸਤਿਗੁਰੂ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਹੈ, ਜੋ 12ਵੀਂ ਸਦੀ ਵਿੱਚ ਤਕਰੀਬਨ ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਦਾ ਜੀਵਨ ਦਾ ਅੰਤਰ ਸੀ, ਜੋ ਇਤਿਹਾਸ ਮੁਤਾਬਕ ਹੈ। ਪਰ ਜੋ ਉਹਨਾਂ ਦੀ ਦੇਣ ਹੈ ਉਹ ਬਹੁਤ ਸਾਰੇ ਵਿਦਵਾਨਾਂ ਨੇ, ਠੀਕ ਹੈ, ਬਹੁਤ ਸਾਰੇ ਕਥਾਵਾਚਕ ਤੁਸੀਂ ਸੁਣਦੇ ਹੋਵੋਗੇ, ਪਰ ਜਿਸ ਵੇਲੇ ਇਹਨਾਂ ਮਹਾਪੁਰਸ਼ਾਂ ਦੇ ਕਦੀ ਵੀ ਨਾਮ ਆਉਂਦੇ ਹਨ ਤਾਂ ਤਕਰੀਬਨ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਿਰਫ ਉਹਨਾਂ ਮਹਾਪੁਰਸ਼ਾਂ ਦੇ ਰੈਫਰੈਂਸ ਦੇ ਕੇ ਅੱਗੇ ਨਿਕਲਣ ਦੀ ਕਰਦੇ ਹਨ, ਪਰ ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੇ ਜੀਵਨ ਬਾਰੇ ਬਹੁਤ ਘੱਟ ਦੁਨੀਆ ਤੱਕ ਜੋ ਹੈ ਇਤਿਹਾਸ ਪਹੁੰਚਾਇਆ ਜਾਂਦਾ ਹੈ। ਸੋ ਅੱਜ ਆਪਾਂ ਕੋਸ਼ਿਸ਼ ਕਰਨੀ ਹੈ ਕਿ ਦੀਵਾਲੀ ਦੇ ਤਿਉਹਾਰ ਦੇ ਨਾਲ ਨਾਲ ਇਹਨਾਂ ਮਹਾਪੁਰਸ਼ਾਂ ਦੇ ਜੀਵਨ ਦਾ ਵੀ ਥੋੜ੍ਹਾ ਬਹੁਤ ਜੋ ਦਾਸਾਂ ਨੂੰ ਉਸ ਅਕਾਲ ਪੁਰਖ ਦੀ ਰਹਿਬਰ ਬਖਸ਼ਿਸ਼ ਦੇ ਨਾਲ ਜਿੰਨੀ ਜਾਣਕਾਰੀ ਹੈ ਆਪ ਨੂੰ ਨਾਲ ਨਾਲ ਦਿੰਦੇ ਜਾਵਾਂਗੇ। ਸੋ ਇਸ ਸੰਬੰਧੀ ਸਾਡੇ ਪਾਸ ਹੋਰ ਵੀ ਬੁਲਾਰੇ ਮੇਰੇ ਪਾਸ ਹਨ ਜੋ ਆਪ ਜੀ ਦੇ ਸਨਮੁਖ ਹੋਣਗੇ। ਤੋ ਸਭ ਤੋਂ ਪਹਿਲਾਂ ਆਓ ਦੀਵਾਲੀ ਦੇ ਮਹੱਤਵ ਬਾਰੇ ਦਾਸ ਆਪ ਜੀ ਨਾਲ ਇੱਕ ਦੋ ਗੱਲਾਂ ਕਰੇਗਾ। ਉਸ ਤੋਂ ਬਾਅਦ ਸਾਡੇ ਪਾਸ ਗਿਆਨੀ ਜੀ ਬੈਠੇ ਹਨ ਜੋ ਆਪ ਜੀ ਨੂੰ ਵਿਸਤਾਰ ਸਾਹਿਬ ਉਸ ਬਾਰੇ ਜਾਣਕਾਰੀ ਕਰਾਉਣਗੇ। ਸੋ ਦੀਵਾਲੀ ਦਾ ਜਿੱਥੇ ਤੱਕ ਤਾਲੁਕਾਤ ਹੈ ਆਪਾਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਦੇ ਬੁੱਢ ਹੈ, ਬਹੁਤ ਪੁਰਾਣੇ ਸਮੇਂ ਤੋਂ ਕਈ ਤਰੀਕਿਆਂ ਦੇ ਨਾਲ ਦੀਵਾਲੀ ਦਾ ਜੋ ਸੰਬੰਧ ਹੈ ਆਪਾਂ ਸੁਣਦੇ ਆਏ ਹਾਂ। ਔਰ ਪੂਰਤੀ ਗੱਲ ਹੈ ਕਿ ਜਿਸ ਵੇਲੇ ਵੀ ਕਿਸੇ ਵੀ ਮਹਾਪੁਰਸ਼ ਦਾ ਕੋਈ ਇਹੋ ਜਿਹਾ ਪ੍ਰੋਗਰਾਮ ਹੁੰਦਾ ਹੈ, ਕੋਈ ਇਹੋ ਜਿਹਾ ਮਹਾਪੁਰਸ਼ਾਂ ਨੇ ਕੋਈ ਚਮਤਕਾਰ ਕੋਈ ਨਾ ਕੋਈ ਕੀਤਾ ਹੁੰਦਾ ਹੈ, ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਸ ਨੂੰ ਪੂਰਨਮਾਸ਼ੀ ਜਾਂ ਇਹੋ ਜਿਹੇ ਤਰੀਕੇ ਨਾਲ ਜੋੜਿਆ ਜਾਵੇ ਤਾਂ ਕਿ ਉਹ ਸਾਰੇ ਉਸੇ ਦਿਨ ਤੇ ਹੀ ਫੂਲ ਕਰਨ। ਪਰ ਜੋ ਸੰਤਾਂ ਮਹਾਪੁਰਸ਼ਾਂ ਦਾ ਉਪਦੇਸ਼ ਹੈ ਉਹਦੇ ਵਿੱਚ ਦੀਵਾਲੀ ਦਾ, ਮੱਸਿਆ ਦਾ, ਪੁੰਨਿਆ ਦਾ ਕੋਈ ਸੰਬੰਧ ਨਹੀਂ ਹੈ। ਉਹ ਤਾਂ ਆਪ ਚਾਨਣ ਹਨ, ਚਾਨਣ ਨੂੰ ਕਿਸੇ ਹੋਰ ਚਾਨਣ ਦੀ ਲੋੜ ਨਹੀਂ ਪੈਂਦੀ। ਸੋ ਜੋ ਮੁੱਢ ਹੈ, ਜਿੱਥੇ ਤੱਕ ਮੁੱਢ ਹੈ ਉਹ ਇਹ ਹੈ ਕਿ ਜਿਸ ਵੇਲੇ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਪਣੀ ਧਰਮ ਸੁਪਤਨੀ ਔਰ ਆਪਣੇ ਛੋਟੇ ਭਰਾਤਾ ਦੇ ਨਾਲ ਵਾਪਸ ਮੁੜ ਕੇ ਔਰ ਰਾਵਣ ਦੇ ਨਾਲ ਯੁੱਧ ਕਰਕੇ ਰਾਵਣ ਨੂੰ ਖਤਮ ਕਰਕੇ ਵਾਪਸ ਆਏ ਤਾਂ ਅਯੁੱਧਿਆ ਦੇ ਲੋਕਾਂ ਨੇ ਬੜਾ ਉਹਨਾਂ ਦਾ ਸਨਮਾਨ ਕੀਤਾ। ਸਨਮਾਨ ਵਜੋਂ ਦੀਪਕ ਮਾਲਾ ਕੀਤੀ ਗਈ ਔਰ ਹੋਰ ਬਹੁਤ ਸਾਰੇ ਚਾਅ ਕੀਤੇ ਗਏ। ਜਿੱਥੇ ਤੱਕ ਆਪਾਂ ਇਹ ਗੱਲ ਕਰਦੇ ਹਾਂ ਕਿ ਰਾਵਣ ਨੂੰ ਖਤਮ ਕਰਕੇ ਆਏ, ਤਾਂ ਰਾਵਣ ਤੋਂ ਮਤ ਭਾਵ ਹੈ ਬਦੀ। ਰਾਵਣ ਤੋਂ ਭਾਵ ਹੈ ਕਿ ਅਧਰਮ। ਔਰ ਜੋ 10 ਸਿਰ ਦੱਸੇ ਜਾਂਦੇ ਹਨ ਕਿ ਰਾਵਣ ਦੇ ਸਨ, ਉਹ ਦਸੇ ਹੀ ਸਾਰੇ ਉਹ ਕੁਰੀਤੀਆਂ ਦੇ ਪ੍ਰਤੀਕ ਹਨ। ਚਾਹੇ ਉਹ ਕਿਸੇ ਵੀ ਕਿਸਮ ਦੀ ਕੁਰੀਤੀ ਹੋਵੇ, ਉਹ ਸਾਰੇ 10 ਸਿਰ ਉਸ ਕੁਰੀਤੀ ਦੇ ਪ੍ਰਤੀਕ ਹਨ। ਔਰ ਰਾਮਚੰਦਰ ਜੀ ਨੇ ਸਾਰੇ ਉਹ ਜੋ ਕੁਰੀਤੀਆਂ ਦਾ ਸਿਰ ਲਾਤਾ, ਖਤਮ ਕਰਤਾ। ਅਸਲ ਵਿੱਚ ਰਾਵਣ ਦਾ ਮਤਲਬ ਇਹ ਹੈ। ਦੂਸਰਾ ਜੋ ਮਹੱਤਵ ਹੈ ਉਹ ਇਹ ਹੈ ਕਿ ਉਸੇ ਦਿਨ ਗਵਾਲੀਅਰ ਦੀ ਜੇਲ੍ਹ ਵਿੱਚੋਂ ਜੋ 6 ਪਾਤਸ਼ਾਹ ਸਾਹਿਬ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜੋ ਜਹਾਂਗੀਰ ਨੇ ਉਹਨਾਂ ਨੂੰ ਗਵਾਲੀਅਰ ਦੀ ਜੇਲ੍ਹ ਵਿੱਚ ਕੈਦ ਕੀਤਾ ਹੋਇਆ ਸੀ। ਆਮ ਕਰਕੇ ਕਈ ਵਾਰੀ ਅਸੀਂ ਗੱਲ ਨੂੰ ਸੋਚਦੇ ਨਹੀਂ ਹਾਂ। ਜਿਸ ਵੇਲੇ ਵੀ ਕਿਸੇ ਮਹਾਪੁਰਸ਼ ਦੇ ਨਾਲ ਜਾਂ ਆਦ ਆਦਮੀ ਦੇ ਨਾਲ ਤੁਸੀਂ ਗੱਲ ਕਰਕੇ ਦੇਖ ਲਓ, ਅਗਰ ਤੁਸੀਂ ਕਿਹਾ ਦਿਲ ਦਿਖਾਉਂਦੇ ਹੋ ਤਾਂ ਤੁਹਾਡੇ ਮਨ ਵਿੱਚ ਉਸ ਦਾ ਜੋ ਹੈ ਸੰਤਾਪ ਹੈ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਹਾਂਗੀਰ ਦੇ ਜਿਸ ਵੇਲੇ ਉਹ ਬਿਮਾਰ ਜਾਂ ਉਹਨਾਂ ਦੀ ਸਿਹਤ ਸਾਥ ਨਹੀਂ ਦੇ ਰਹੀ ਸੀ ਤਾਂ ਜੋਤਸ਼ੀਆਂ ਨੇ ਦੱਸਿਆ ਉਹਨਾਂ ਨੂੰ, ਜਾਂ ਵਜ਼ੀਰਾਂ ਨੇ ਦੱਸਿਆ ਕਿ ਤੇਰਾ ਹੋਰ ਕੋਈ ਬਿਮਾਰੀ ਦਾ ਕਾਰਨ ਨਹੀਂ ਹੈ, ਤੂੰ ਕਿਸੇ ਮਹਾਨ ਆਤਮਾ ਨੂੰ, ਆਪਣੇ ਮਹਾਨ ਵਿਅਕਤੀ ਨੂੰ ਆਪਣੀ ਜੇਬ 'ਚ ਰੱਖਿਆ ਹੋਇਆ ਹੈ, ਤੇਰੀ ਬਿਮਾਰੀ ਦਾ ਕਾਰਨ ਇਹ ਹੈ। ਔਰ ਦੱਸਦੇ ਹਨ ਕਿ ਉਹਨਾਂ ਨੇ ਇਸ ਚੀਜ਼ ਨੂੰ ਗੱਲ ਨੂੰ ਮੰਨ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਨ ਦਾ ਆਦੇਸ਼ ਦੇ ਦਿੱਤਾ। ਜਿਸ ਵੇਲੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ
ਤੇ ਉਹਨਾਂ ਨਾਲ 52 ਰਾਜੋ 10 ਦੇ ਹੋਰ ਸਨ ਗਵਾਲੀਅਰ ਦੀ ਕੈਦ ਦੇ ਵਿੱਚ। ਉਹਨਾਂ ਨੇ ਕਿਹਾ ਕਿ ਮਹਾਰਾਜ ਜੀ ਤੁਸੀਂ ਸਾਨੂੰ ਛੱਡ ਕੇ ਚਲੇ ਗਏ, ਅਸੀਂ ਤਾਂ ਸਾਰੀ ਉਮਰ ਜੇਲ੍ਹ ਜੋਗੇ ਰਹਿ ਜਾਵਾਂਗੇ, ਸਾਨੂੰ ਵੀ ਮੁਕਤੀ ਦਵਾ ਕੇ ਜਾਓ। ਔਰ ਉਹਨਾਂ ਨੇ ਜੋ ਦੱਸਦੇ ਹਨ ਕਿ ਜਿਸ ਵੇਲੇ ਜਹਾਂਗੀਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹੁਕਮ ਕਰਤਾ ਕਿ ਜੋ ਵੀ ਤੁਹਾਡੇ ਕੱਪੜਾ ਫੜ ਕੇ ਜਾਂ ਤੁਹਾਡਾ ਲੜ ਫੜ ਕੇ ਨਿਕਲ ਸਕਦੇ ਹਨ, ਜਿੰਨੇ ਵੀ ਤੁਹਾਡਾ ਲੜ ਫੜ ਲੈਣਗੇ ਉਹ ਨਿਕਲ ਜਾਣਗੇ। ਔਰ ਉਹਨਾਂ ਨੇ ਦੱਸਦੇ ਹਨ ਕਿ 52 ਕਲੀਆਂ ਵਾਲਾ ਜੋ ਸੀ ਆਪਣਾ ਜੋ ਪਹਿਰਾਵਾ ਕੁੜਤਾ ਬਣਾਇਆ ਔਰ ਸਾਰੇ ਰਾਜਾ ਨੇ ਉਹਨਾਂ ਦਾ ਲੜ ਫੜ ਕੇ। ਕਹਿਣ ਤੋਂ ਭਾਵ ਇਹ ਹੈ ਕਿ ਜੋ ਮਹਾਂਪੁਰਸ਼ ਦਾ ਬਣ ਜਾਂਦਾ ਹੈ, ਮਹਾਂਪੁਰਸ਼ ਨੂੰ ਅਪਣਾ ਲੈਂਦਾ ਹੈ, ਮਹਾਂਪੁਰਸ਼ ਦਾ ਪੱਲਾ ਪਕੜ ਲੈਂਦਾ ਹੈ, ਉਹ ਇਸ ਦੁਨੀਆ ਦੇ ਭਵਸਾਗਰ ਚੋਂ ਪਾਰ ਹੋ ਜਾਂਦਾ ਹੈ। ਤੋ ਗੱਲ ਹੈ ਯਕੀਨ ਦੀ, ਵਿਸ਼ਵਾਸ ਦੀ। ਉਹਨਾਂ ਨੇ ਜੋ ਸਾਰੇ ਉਹ ਰਾਜੇ ਸਨ ਉਹਨਾਂ ਨੂੰ ਉਸ ਦੀ ਕੈਦ ਵਿੱਚੋਂ ਮੁਕਤ ਕਰਾਇਆ ਔਰ ਅੰਮ੍ਰਿਤਸਰ ਆ ਕੇ ਜੋ ਹੈ ਉਸ ਵੇਲੇ ਜੋ ਸਿੱਖਾਂ ਨੇ ਜਾਂ ਉਸ ਵੇਲੇ ਦੇ ਉਹਨਾਂ ਦੇ ਜੋ ਪੈਰੋਕਾਰ ਸਨ ਸ਼ਰਧਾਲੂਆਂ ਨੇ ਵੀ ਦੀਪਮਾਲਾ ਕੀਤੀ। ਇਹ ਜੋ ਦੋ ਮੁੱਖ ਕਾਰਨ ਹਨ ਸਾਡੇ, ਇਸ ਕਰਕੇ ਜੋ ਦੀਵਾਲੀ ਦਾ ਤਿਉਹਾਰ ਹੈ ਸਾਡੇ ਵਾਸਤੇ ਇੱਕ ਸਾਂਝਾ ਔਰ ਬੜਾ ਹੀ ਮਹੱਤਵਪੂਰਨ ਤਿਉਹਾਰ ਹੈ। ਔਰ ਜੇ ਅਸੀਂ ਇਹਦਾ ਧਾਰਮਿਕ ਪੱਖ ਦੇਖੀਏ ਤਾਂ ਇਸ ਦਾ ਮਹੱਤਵ ਹੋਰ ਵੀ ਹੈ ਕਿ ਮਹਾਂਪੁਰਸ਼ਾਂ ਨੇ ਜੋ ਸਾਡੇ ਵਾਸਤੇ ਕੀਤਾ ਹੈ ਉਹ ਇਹ ਹੈ ਕਿ ਜਿਨ੍ਹਾਂ ਨੇ ਵਿਸ਼ਵਾਸ ਦੇ ਨਾਲ ਮਹਾਂਪੁਰਸ਼ਾਂ ਨੂੰ ਅਪਣਾ ਲਿਆ, ਜੋ ਮਹਾਂਪੁਰਸ਼ਾਂ ਦੀ ਦੱਸੀ ਹੋਈ ਰਾਹ ਹੈ ਉਸ ਤੇ ਚੱਲ ਪਏ, ਜ਼ਰੂਰ ਉਹਨਾਂ ਨੂੰ ਪਰਮਾਤਮਾ ਆਪ ਅੰਗ ਸੰਗ ਹੋ ਕੇ ਉਹਨਾਂ ਦਾ ਸਹਾਇ ਹੋ ਕੇ ਉਹਨਾਂ ਨੂੰ ਇਸ ਭਵ ਸਾਗਰ ਚੋਂ ਪਾਰ ਕਰ ਦਿੰਦਾ ਹੈ। ਤੋ ਆਓ ਜੋ ਸਾਡੇ ਮਹਾਂਪੁਰਸ਼ਾਂ ਨੇ ਸਾਡੇ ਵਾਸਤੇ ਕੀਤਾ ਉਹਨਾਂ ਵਿੱਚੋਂ ਆਪ ਸਾਰੇ ਮਹਾਂਪੁਰਸ਼ਾਂ ਦੇ ਜੋ ਨਾਮ ਹਨ ਜਾਣਦੇ ਹੋ। ਔਰ ਇਹ ਜੋ ਮਹਾਂਪੁਰਸ਼ ਹਨ ਇਹ ਇੱਕ ਐਸਾ ਚਾਨਣ ਮਨਾਰਾ ਹੁੰਦੇ ਹਨ, ਦਾ ਲਾਈਟ ਹਾਊਸ ਜਿਹਨੂੰ ਆਪਾਂ ਕਹਿ ਸਕਦੇ ਹਾਂ। ਲਾਈਟ ਹਾਊਸ ਦਾ ਕੰਮ ਹੈ ਕਿ ਉਹਨਾਂ ਨੇ ਸਿਰਫ ਆਪਣੇ ਇਕੱਲੇ ਉਹਨਾਂ ਜਹਾਜ਼ਾਂ ਨੂੰ ਨਹੀਂ ਉਹ ਲਾਈਟ ਕਰਦੇ ਜੇ ਉਹਨਾਂ ਦੇ ਹੁੰਦੇ ਹਨ, ਪਰ ਲਾਈਟ ਹਾਊਸ ਹਰ ਇੱਕ ਸਮੁੰਦਰ ਦੇ ਕਿਨਾਰੇ ਜੋ ਹੁੰਦਾ ਹੈ ਉਹ ਚਾਹੇ ਦੁਸ਼ਮਣ ਦਾ ਜਹਾਜ਼ ਵੀ ਕਿਉਂ ਨਾ ਹੋਵੇ ਉਸ ਨੂੰ ਵੀ ਦੱਸਦਾ ਹੈ ਕਿ ਕਿਨਾਰਾ ਕਿੱਧਰ ਹੈ। ਸੋ ਭੁੱਲੇ ਭਟਕਿਆਂ ਨੂੰ ਰਸਤੇ ਪਾਉਣ ਵਾਸਤੇ ਉਹਨਾਂ ਵਾਸਤੇ ਕੋਈ ਵੱਡੀ ਕਿਸ਼ਤੀ ਦਾ ਨਹੀਂ, ਉਹਨਾਂ ਨੂੰ ਕੋਈ ਛੋਟੀ ਕਿਸ਼ਤੀ ਦਾ ਨਹੀਂ, ਉਹਨਾਂ ਦਾ ਕੰਮ ਇੱਕੋ ਹੀ ਹੈ ਕਿ ਹਰ ਇੱਕ ਨੂੰ ਦੱਸਣਾ ਕਿ ਕਿਨਾਰਾ ਕਿੱਥੇ ਹੈ। ਸੋ ਜੋ ਵੀ ਸੰਤ ਮਹਾਂਪੁਰਸ਼ ਦੁਨੀਆ ਤੇ ਆਏ ਹਨ ਉਹਨਾਂ ਨੇ ਸਾਰਿਆਂ ਨੂੰ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰ ਜੀਓ ਦਾ ਹੋਕਾ ਦੇ ਕੇ ਸਾਰਿਆਂ ਨੂੰ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਇਹ ਉਪਦੇਸ਼ ਦੇ ਕੇ ਉਹਨਾਂ ਨੂੰ ਇਸ ਦੁਨੀਆ ਦੇ ਜੋ ਆਪਾਂ ਜੀਵ ਆਏ ਹਨ ਉਹਨਾਂ ਨੂੰ ਆਪਣੇ ਜੀਵਨ ਦਾ ਮਕਸਦ ਦੱਸ ਕੇ ਉਹਨਾਂ ਨੂੰ ਭਵਜਲ ਪਾਰ ਕਰਨ ਦਾ ਤਰੀਕਾ ਔਰ ਉਪਦੇਸ਼ ਦਿੱਤਾ। ਇਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਉਸ ਨੁਕਤੇ ਨਿਗਾਹ ਨੂੰ ਇੱਕ ਪਾਸੇ ਰੱਖ ਕੇ ਆਪਣੀਆਂ ਜੋ ਹੈ ਮਨਮਤੀਆਂ ਕਰ ਰਹੇ ਹਾਂ ਔਰ ਇਸ ਦਾ ਨੁਕਸਾਨ ਵੀ ਸਾਨੂੰ ਹੀ ਹੈ ਕਿਉਂਕਿ ਸੰਤ ਮਹਾਂਪੁਰਸ਼ ਜਿੱਥੇ ਉਹਨੇ ਪਹੁੰਚਣਾ ਸੀ ਉਹ ਪਹੁੰਚ ਚੁੱਕੇ ਹਨ ਔਰ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੱਸੇ ਹੋਏ ਰਸਤੇ ਉੱਪਰ ਚੱਲ ਕੇ ਜੋ ਹੈ ਤਦ ਹੀ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਅਸੀਂ ਉਹਨਾਂ ਦੇ ਪੈਰੋਕਾਰ ਹਾਂ, ਸੇਵਕ ਹਾਂ ਔਰ ਉਹਨਾਂ ਦੇ ਸੱਚੇ ਸੁੱਚੇ ਸ਼ਰਧਾਲੂ ਹਾਂ। ਨਹੀਂ ਤਾਂ ਕਹਿਣ ਨਾਲ ਕੋਈ ਗੱਲ ਨਹੀਂ ਬਣਨੀ, ਕਰਨ ਨਾਲ ਗੱਲ ਬਣਨੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਫਰਮਾਨ ਹੈ ਕਿ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਇਹਦੇ ਵਿੱਚ ਸਿੱਧੀ ਗੱਲ ਹੈ ਕਿ ਇਹ ਭਾਈ ਜੋ ਵੀ ਸਾਡੇ ਦੱਸੇ ਹੋਏ ਮਾਰਗ ਚੱਲੇਗਾ ਔਰ ਉਸ ਦੱਸੇ ਹੋਏ ਮਾਰਗ ਚੱਲ ਕੇ ਸਾਡੇ ਉਸ ਬੇਗਮਪੁਰੇ ਵਿੱਚ ਪਹੁੰਚ ਜਾਵੇਗਾ, ਉਹ ਸਾਡਾ ਮੀਤ ਹੈ, ਉਹ ਸਾਡਾ ਮਿੱਤਰ ਹੈ, ਉਹ ਸਾਡਾ ਭਾਈ ਹੈ, ਉਹ ਸਾਡਾ ਸੇਵਕ ਹੈ, ਉਹ ਸਾਡਾ ਪੈਰੋਕਾਰ ਹੈ, ਸਾਡਾ ਫੋਲੋਵਰ ਹੈ, ਸਾਡੇ ਵਰਗਾ ਹੀ ਹੈ। ਔਰ ਦੁਨੀਆ ਵਿੱਚ ਜੋ ਵੀ ਇਹ ਇਸ ਰਸਤੇ ਉੱਪਰ ਚੱਲਿਆ ਹੈ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਹਾਰ ਪੈਂਦੇ ਹਨ, ਉਹਨਾਂ ਨੂੰ ਬੜੀਆਂ ਮਿਲਦੀਆਂ ਹਨ, ਜਿਸ ਤਰ੍ਹਾਂ ਆਪਾਂ ਦੁਨੀਆ ਵਿੱਚ ਦੇਖਦੇ ਹਾਂ ਕਿ ਜੋ ਐਵਰੈਸਟ ਦੀ ਚੋਟੀ ਹੈ ਸਭ ਤੋਂ ਉੱਚੀ ਚੋਟੀ ਹੈ ਔਰ ਉੱਚੀ ਚੋਟੀ ਨੂੰ ਕਦੀ ਅੱਜ ਤੱਕ ਕਿਸੇ ਨੇ ਜਾ ਕੇ ਫੁੱਲ ਨਹੀਂ ਚਾੜੇ, ਕਿਸੇ ਨੇ ਹਾਰ ਨਹੀਂ ਪਾਇਆ, ਪਰ ਜੋ ਉਸ ਚੋਟੀ ਉੱਪਰ ਚੜ ਜਾਂਦਾ ਹੈ ਸਾਰੀ ਦੁਨੀਆ ਉਸ ਨੂੰ ਹਾਰ ਪਾਉਂਦੀ ਹੈ ਕਿਉਂਕਿ ਉਹ ਸਿਖਰ ਤੇ ਹੈ, ਉੱਤਮ ਹੈ, ਮਹਾ ਉੱਤਮ ਹੈ। ਇਸੇ ਤਰ੍ਹਾਂ ਹੀ ਜੋ ਮਹਾਂਪੁਰਸ਼ ਹਨ ਇਹ ਉੱਤਮ ਹਨ ਉਹਨਾਂ ਗੁਰੂਆਂ ਵਾਸਤੇ ਔਰ ਸਾਡੇ ਵਾਸਤੇ ਮਹਾ ਉੱਤਮ ਹਨ, ਜਿਨ੍ਹਾਂ ਨੇ ਇੰਨਾ ਸਤਿਕਾਰ ਔਰ ਪਿਆਰ ਉਹਨਾਂ ਨੂੰ ਬਖਸ਼ਿਆ ਔਰ ਇੰਨੀ ਵਡਾਈ ਦਿੱਤੀ ਕਿ ਦਾਸ ਨੇ ਬਹੁਤ ਸਾਰੀ ਗੱਲ ਕਹੀ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਉਹਨਾਂ ਨੇ ਦੇਖਿਆ ਕਿ ਦੁਨੀਆ ਵਿੱਚ ਸਾਰੇ ਪਾਸੇ ਹਾਹਾਕਾਰ ਹੈ
ਪਰ ਉਸ ਵੇਲੇ ਉਹਨਾਂ ਨੇ ਕੁਝ ਹੋਰ ਵੀ ਦੇਖਿਆ ਕਿ ਜੇ ਹਾਹਾਕਾਰ ਹੈ ਤਾਂ ਉਹਨਾਂ ਹਾਹਾਕਾਰ ਨੂੰ ਮਿਟਾਉਣ ਵਾਸਤੇ ਕੋਈ ਹੋਰ ਵੀ ਠੰਡੇ ਸੋਮੇ ਦਾ, ਸ਼ਾਂਤੀ ਦੇ ਸੋਮੇ ਦਾ ਵੀ ਕੋਈ ਇੰਤਜ਼ਾਮ ਹੈ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਮਾਰੂਥਲ ਤਾਂ ਬਹੁਤ ਹੁੰਦੇ ਹਨ, ਪਰ ਉਹਨਾਂ ਮਾਰੂਥਲਾਂ ਵਿੱਚ ਪੂਰੇ ਤੌਰ ਤੇ ਪਰਮਾਤਮਾ ਨੇ ਇੱਕ ਇਹੋ ਜਿਹੀ ਖੇਡ ਰਚੀ ਹੋਈ ਹੈ ਕਿ ਉਸ ਵਿੱਚ ਵੀ ਪਾਣੀ ਆਪਣੇ ਆਪ ਨਿਕਲਦਾ ਹੈ, ਜਿਹਨੂੰ ਆਪਾਂ ਓਸਿਸ ਕਹਿੰਦੇ ਹਾਂ। ਔਰ ਓਸਿਸ ਦਾ ਕਿਨਾਰਾ ਕੋਈ ਸਮੁੰਦਰ ਨਹੀਂ ਹੈ, ਕੋਈ ਮਾਰੂਥਲ, ਕੋਈ ਉਹਦਾ ਪਹਾੜ ਨਹੀਂ ਹੈ, ਉਹ ਪੂਰੇ ਤੌਰ ਤੇ ਨਿਕਲਦੇ ਹਨ। ਔਰ ਠੰਡੇ ਜਲ ਦੇ ਵਿੱਚ ਉਹ ਸਾਰੇ ਹੀ ਜੀਵਾਂ ਨੂੰ, ਚਾਹੇ ਉਹ ਕਿਸੇ ਵੀ ਕਿਸਮ ਦੇ ਜੀਵ ਹੋਣ, ਸਾਰਿਆਂ ਨੂੰ ਉਹ ਜਿੱਥੇ ਪਾਣੀ ਦਿੰਦੇ ਹਨ ਉੱਥੇ ਨਾਲ ਸਾਰਿਆਂ ਨੂੰ ਸ਼ਾਂਤੀ। ਔਰ ਇਹ ਜੋ ਸੋਮੇ ਹਨ ਸ਼ਾਂਤੀ ਦੇ ਸੋਮੇ, ਇਸੇ ਤਰ੍ਹਾਂ ਹੀ ਇਹ ਜੋ ਗੁਰੂ ਪੀਰ ਹੁੰਦੇ ਹਨ, ਮਹਾਤਮਾ ਹਨ, ਜੋ ਜਿਨ੍ਹਾਂ ਨੂੰ ਅਸੀਂ ਭਗਤ ਵੀ ਕਹਿੰਦੇ ਹਾਂ, ਜੋ ਵੀ ਅਸੀਂ ਉਹਨਾਂ ਨੂੰ ਮਰਜ਼ੀ ਕਹਿ ਲਈਏ, ਸਾਡੇ ਕਹਿਣ ਨਾਲ ਕੋਈ ਫਰਕ ਨਹੀਂ ਹੈ। ਉਹ ਮਹਾ ਉੱਤਮ ਆਤਮਾਵਾਂ ਹੁੰਦੀਆਂ ਹਨ ਜੋ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੀਆਂ ਹਨ। ਉਹਨਾਂ ਵਾਸਤੇ ਕੋਈ ਉੱਚਾ ਨਹੀਂ ਹੈ, ਕੋਈ ਨੀਵਾਂ ਨਹੀਂ ਹੈ, ਉਹਨਾਂ ਵਾਸਤੇ ਕੋਈ ਜਾਤ ਨਹੀਂ ਹੈ, ਕੋਈ ਪਾਤ ਨਹੀਂ ਹੈ, ਕੋਈ ਕਮਿਊਨਿਟੀ ਨਹੀਂ ਹੈ, ਕੋਈ ਆਪਣਾ ਨਹੀਂ, ਕੋਈ ਬਗਾਨਾ ਨਹੀਂ, ਕਿਉਂਕਿ ਉਹਨਾਂ ਦਾ ਤਾਂ ਮਤਲਬ ਹੀ ਇਹ ਹੈ ਕਿ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦੇਣਾ। ਸਕੂਲ ਵਿੱਚ ਆਪਾਂ ਜਾਂਦੇ ਹਾਂ, ਕੋਈ ਮਾਸਟਰ ਅੱਜ ਤੱਕ ਦੁਨੀਆ 'ਚ ਐਸਾ ਨਹੀਂ ਜਿਸ ਨੇ ਇਹ ਗੱਲ ਕੀਤੀ ਹੋਵੇ ਕਿ ਮੈਂ ਫਲਾਣੇ ਬੱਚੇ ਨੂੰ ਜਾ ਚੰਗੀ ਤਰ੍ਹਾਂ ਪੜ੍ਹਾਉਣਾ ਹੈ, ਦੂਸਰੇ ਨਹੀਂ। ਇਹ ਸਾਰੇ ਮਾਸਟਰਾਂ ਦਾ, ਇਹ ਵੀ ਸਾਡੇ ਵੱਡੇ ਮਾਸਟਰ ਹਨ ਜਿਨ੍ਹਾਂ ਤੋਂ ਅਸੀਂ ਸਿੱਖਿਆ ਲੈ ਕੇ ਅੱਜ ਤੱਕ ਇਹ ਜੋ ਜੀਵਨ ਦਾ ਮਨੋਰਥ ਹੈ ਇਸ ਨੂੰ ਸਫਲ ਕਰਨ ਦਾ ਉਪਰਾਲਾ ਕਰਨਾ ਹੈ ਔਰ ਕਰਦੇ ਰਹਿਣਾ ਹੈ। ਜੋ ਹਵਾ ਹੈ, ਅੱਜ ਤੱਕ ਕਿਸੇ ਹਵਾ ਨੇ ਇਹ ਨਹੀਂ ਕਿਹਾ ਕਿ ਉਧਰ ਨਹੀਂ ਜਾਣਾ, ਕਿ ਉਧਰ ਅਛੂਤ ਹਨ ਜਾਂ ਨੀਵੀਂ ਜਾਤ ਦੇ ਲੋਕ ਹਨ। ਸੂਰਜ ਹਰ ਇੱਕ ਨੂੰ ਇੱਕੋ ਜਿਹੀ ਰੋਸ਼ਨੀ ਦਿੰਦਾ ਹੈ। ਧਰਤੀ ਚਾਹੇ ਉਹ ਕਿਸੇ ਮੁਲਕ ਦੀ ਵੀ ਹੋਵੇ, ਕਿਸੇ ਵੀ ਕੌਮ ਦੀ ਹੋਵੇ, ਕਿਸੇ ਵੀ ਦੇਸ਼ ਦੀ ਹੋਵੇ, ਉਸ ਵਿੱਚ ਜਿਹੋ ਜਿਹਾ ਬੀਜ ਪਾਓਗੇ ਧਰਤੀ ਤੁਹਾਨੂੰ ਉਹੋ ਜਿਹਾ ਫਲ, ਉਹੋ ਜਿਹੀ ਪੈਦਾਵਾਰ ਦੇਵੇਗੀ। ਔਰ ਦੁਨੀਆ ਵਿੱਚ ਪਾਣੀ ਇੱਕ ਇਹੋ ਜਿਹਾ ਪਰਮਾਤਮਾ ਦੇ ਸੋਮੇ ਹਨ। ਅੱਜ ਤੱਕ ਕੋਈ ਵੀ ਪਾਣੀ ਪੀ ਲਓ, ਕਿਸੇ ਮੁਲਕ ਵਿੱਚ ਜਾ ਕੇ ਪਾਣੀ ਪੀ ਲਓ, ਹਰ ਇੱਕ ਪਾਣੀ ਜੋ ਹੈ ਉਹਦਾ ਸਹਿਜ ਸੁਭਾਅ ਹੈ ਕਿ ਸਾਰਿਆਂ ਦੀ ਪਿਆਸ ਮਿਟਾਉਂਦਾ ਹੈ। ਉਹਨਾਂ ਵਿੱਚ ਕੋਈ ਭਿੰਨ ਭਾਵ ਨਹੀਂ ਹੈ, ਕੋਈ ਉਹਨਾਂ 'ਚ ਊਚ ਨੀਚ ਨਹੀਂ ਹੈ, ਕੋਈ ਉਹਨਾਂ ਵਿੱਚ ਆਪਣਾ ਪਰਾਇਆ ਨਹੀਂ ਹੈ। ਔਰ ਇਹਨੇ ਪੰਜਾਂ ਤੱਤਾਂ ਤੋਂ ਹੀ ਇਨਸਾਨ ਬਣਿਆ ਹੈ। ਜੇ ਪੰਜਾਂ ਤੱਤਾਂ ਤੋਂ ਇਨਸਾਨ ਬਣਿਆ ਹੈ ਤਾਂ ਸਮਝੋ ਕਿ ਸਾਰੇ ਇਨਸਾਨ ਵੀ ਇੱਕੋ ਜਿਹੇ ਹਨ। ਉਹਨਾਂ ਵਿੱਚ ਕੋਈ ਉੱਚਾ ਨੀਵਾਂ, ਵੱਡਾ ਛੋਟਾ, ਕਾਲਾ ਗੋਰਾ ਜਾਂ ਕਿਸੇ ਉੱਚ ਭਿੰਨ ਭਾਵ ਨਹੀਂ ਹੈ, ਕਿਉਂਕਿ ਉਹ ਜੋ ਪੰਜ ਤੱਤ ਹਨ ਪਰਮਾਤਮਾ ਦੇ ਆਪਣੇ ਤੱਤ ਹਨ। ਔਰ ਜਿਸ ਵੇਲੇ ਇਨਸਾਨ ਦੁਨੀਆ ਜਾਂਦਾ ਹੈ ਉਹ ਪੰਜੇ ਤੱਤ ਮੁੜ ਕੇ ਫੇਰ ਉਹਨਾਂ ਤੱਤਾਂ ਨਾਲ ਜਾਂਦੇ ਹਨ ਜੋ ਪਰਮਾਤਮਾ ਨੇ ਸਾਜੇ ਹੋਏ ਹਨ। ਇਸੇ ਕਰਕੇ ਹੀ ਇਹ ਕਿਹਾ ਜਾਂਦਾ ਹੈ ਕਿ ਜੋ ਆਤਮਾ ਹੈ ਉਹ ਕਦੀ ਮਰਦੀ ਨਹੀਂ, ਕਿਉਂਕਿ ਜਿੰਨਾ ਪੰਜ ਤੱਤ ਖਤਮ ਹੁੰਦੇ ਹਨ ਨਾ ਹੀ ਆਤਮਾ ਖਤਮ ਹੋਵੇਗੀ। ਸੋ ਅੱਜ ਦਾ ਜੋ ਇਹ ਮਹਾਨ ਦਿਵਸ ਹੈ, ਅੱਜ ਆਪਾਂ ਇਹ ਰਲ ਮਿਲ ਕੇ ਆਪਸ ਵਿੱਚ ਮਨ ਦੇ ਵਿੱਚ ਇੱਕ ਇਹ ਪੱਕੀ ਕਰਨੀ ਹੈ ਕਿ ਜੇ ਅਸੀਂ ਸੰਤਾਂ ਮਹਾਂਪੁਰਸ਼ਾਂ ਦੇ ਉਪਦੇਸ਼ ਨੂੰ ਮੰਨਣਾ ਹੈ ਤਾਂ ਸਾਨੂੰ ਉਹਨਾਂ ਨੇ ਦੱਸੇ ਹੋਏ ਰਾਹ ਉੱਪਰ ਜ਼ਰੂਰ ਚੱਲਣਾ ਪਵੇਗਾ। ਔਰ ਉਸ ਰਾਹ ਉੱਪਰ ਚੱਲ ਕੇ ਹੀ ਅਸੀਂ ਇਸ ਜੋ ਸਾਡਾ ਮਨੁੱਖਾ ਜੀਵਨ ਦਾ ਮਨੋਰਥ ਹੈ ਉਸ ਨੂੰ ਸਫਲਾ ਕਰਨਾ ਹੈ, ਕਿਉਂਕਿ ਗੁਰਸੇਵਾ ਤੇ ਭਗਤ ਕਮਾਈ ਸਭ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਸੋ ਉਹਨਾਂ ਨੇ ਨਾਲ ਜੋ ਉਪਦੇਸ਼ ਦਿੱਤਾ ਹੈ ਕਿ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਇਹੀ ਹੀ ਮਾਨਸ ਜਨਮ ਦਾ ਜੋ ਹੈ ਸਭ ਤੋਂ ਵੱਡਾ ਲਾਹਾ ਹੈ ਕਿ ਅਸੀਂ ਉਹਨਾਂ ਦੇ ਉਪਦੇਸ਼ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਔਰ ਇਹ ਜੋ ਸਮਾਂ ਹੈ ਦਾਸ ਨੇ ਨਹੀਂ ਬਲਕਿ ਉਹਨਾਂ ਮਹਾਂਪੁਰਸ਼ਾਂ ਦਾ ਕਥਨ ਹੈ ਕਿ ਇਹ ਜੋ ਸਮਾਂ ਹੈ, ਇਹ ਜੋ ਮੁਨਖਸੀਰ ਹੈ, ਵਾਰ-ਵਾਰ ਨਹੀਂ ਮਿਲਣਾ। ਔਰ ਦਾਸ ਨੂੰ ਬੜੀ ਵਾਰੀ ਇਹ ਗੱਲ ਚੇਤੇ ਆ ਜਾਂਦੀ ਹੈ ਕਿ ਸਤਿਗੁਰੂ ਹਰੀਦਾਸ ਜੀ ਜੋ ਬਹੁਤ ਹੀ ਜ਼ਿਆਦਾ ਸਾਖੀਕਾਰ ਸਨ, ਬਹੁਤ ਹੀ ਵਧੀਆ ਬਹੁਤ ਹੀ ਸੋਹਣੇ ਸੁਚੱਜੇ ਢੰਗ ਦੇ ਨਾਲ ਉਹ ਸਾਖੀਆਂ ਸੁਣਾਉਂਦੇ ਸਨ ਕਿ ਨਹੀਂ ਲੱਭਣੀ ਹੈ ਮਾਨਸ ਦੇਹੀ, ਯੁੱਗਾਂ ਦੇ ਯੁੱਗ ਬੀਤ ਜਾਣਗੇ। ਔਰ ਇਹ ਜੋ ਸਮਾਂ ਹੈ ਅੱਜ ਆਪਾਂ ਪ੍ਰਣ ਕਰਨਾ ਹੈ ਕਿ ਚਾਹੇ ਉਹ ਮਹਾਂਪੁਰਸ਼ ਕਿਸੇ ਵੀ ਕਮਿਊਨਿਟੀ 'ਚ ਆਇਆ ਹੋਵੇ, ਆਪਾਂ ਉਹਨਾਂ ਦੇ ਜੋ ਸਾਂਝੀ ਵਾਲਤਾ ਦਾ ਉਪਦੇਸ਼ ਹੈ ਉਸ ਨੂੰ ਮੰਨ ਕੇ ਅੱਗੇ ਵਧਣਾ ਹੈ ਔਰ ਹਰ ਇੱਕ ਨੂੰ ਇੱਕੋ ਜਿਹਾ ਪਿਆਰ ਸਤਿਕਾਰ ਆਪਾਂ ਦੇਣਾ ਹੈ। ਅੱਜ ਆਪਾਂ ਹੁਣ ਆਪਾਂ
ਬ੍ਰੇਕ ਵੱਲ ਜਾ ਰਹੇ ਹਾਂ। ਤੋ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਤਦ ਤੱਕ ਦੇਖਦੇ ਰਹਿਣਾ ਬੜੇ ਪਿਆਰ ਸਤਿਕਾਰ ਦੇ ਨਾਲ ਚੈਨਲ ਆਪ ਜੀ ਦਾ ਸਵਾਗਤ ਹੈ। ਜਿਸ ਤਰ੍ਹਾਂ ਦਾਸ ਨੇ ਆਪ ਜੀ ਨੂੰ ਪਹਿਲਾਂ ਦੱਸਿਆ ਹੈ ਕਿ ਸਾਡੇ ਪਾਸ ਸ਼੍ਰੀ ਗੁਰਦਾਸ ਧਾਰਮਿਕ ਸਭਾ ਬਲਹੰਟਨ ਤੋਂ ਜੋ ਉੱਥੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪਣੀ ਸੇਵਾ ਨਿਭਾ ਰਹੇ ਹਨ ਸਾਡੇ ਸਤਿਕਾਰਯੋਗ ਵੀਰ ਗਿਆਨੀ ਸੁਖਦੇਵ ਸਿੰਘ ਜੀ, ਜੋ ਮੇਰੇ ਨਾਲ ਹਨ। ਬਹੁਤ ਹੀ ਸੁਲਝੇ ਹੋਏ ਗਿਆਨੀ ਹਨ। ਦਾਸ ਉਹਨਾਂ ਨੂੰ ਆਪ ਜੀ ਦਾ ਸਨਮੁਖ ਕਰੇਗਾ ਔਰ ਆਪ ਜੀ ਨੂੰ ਉਹ ਜੋ ਆਉਣ ਵਾਲੇ ਪ੍ਰੋਗਰਾਮ, ਖਾਸ ਕਰਕੇ ਦੀਵਾਲੀ ਦਾ ਪ੍ਰੋਗਰਾਮ ਹੈ, ਉਸ ਬਾਰੇ ਜ਼ਰੂਰ ਚਾਨਣਾ ਪਾਉਣਗੇ। ਤਾਂ ਮੈਂ ਗਿਆਨੀ ਜੀ ਉਹਨਾਂ ਨੂੰ ਵੀਨਸ ਟੈਲੀਵਿਜ਼ਨ ਤੇ ਔਰ ਸ਼੍ਰੀ ਗੁਰਦਾਸ ਮਿਸ਼ਨ ਇੰਟਰਨੈਸ਼ਨਲ ਵੱਲੋਂ ਜੋ ਚਲਾਇਆ ਗਿਆ ਹੈ, ਪਰਉਪਕਾਰ ਕੀਤਾ ਗਿਆ ਹੈ, ਉਪਰਾਲਾ ਕੀਤਾ ਗਿਆ ਹੈ, ਉਸ ਤੇ ਗਿਆਨੀ ਜੀ ਉਹਨਾਂ ਨੂੰ ਜੀ ਆਖਦਾ ਹਾਂ ਔਰ ਸਾਰੇ ਹੀ ਸਟਾਫ ਵੱਲੋਂ ਉਹਨਾਂ ਦਾ ਤਹਿ ਦਿਲ ਤੋਂ ਵੈਲਕਮ ਕਰਦਾ ਹਾਂ, ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੱਥੇ ਆ ਕੇ ਆਪ ਜੀ ਨਾਲ ਇਹ ਜੋ ਆਪਣੇ ਵਿਚਾਰ ਹਨ ਸਾਂਝੇ ਕਰਨੇ ਹਨ। ਤੋ ਸਾਡੇ ਪਾਸ ਹਨ ਗਿਆਨੀ ਸੁਖਦੇਵ ਸਿੰਘ ਜੀ। ਗਿਆਨੀ ਜੀ ਆਪ ਜੀ ਨੂੰ ਜੈ ਗੁਰਦੇਵ। ਜੈ ਗੁਰਦੇਵ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਇਸ ਚੈਨਲ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਰਬੱਤਰ ਸੰਗਤਾਂ ਨੂੰ, ਮੈਨੇਜਮੈਂਟ ਨੂੰ ਇਸ ਪ੍ਰੋਗਰਾਮ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਕਿ ਜਿਨ੍ਹਾਂ ਨੇ ਬੜੇ ਉਦਮ ਤੇ ਸਤਿਕਾਰ ਦੇ ਨਾਲ ਇਹ ਜੋ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸੋ ਮੇਰੇ ਦਰਸ਼ਕ ਵੀਰ ਬੜੇ ਪਿਆਰ ਸਤਿਕਾਰ ਦੇ ਨਾਲ ਵੇਖ ਰਹੇ ਹਨ। ਸਾਡੇ ਤੋਂ ਪਹਿਲਾਂ ਸ਼੍ਰੀਮਾਨ ਜਵਾਹਰ ਲਾਲ ਜੀ ਅਹੀਰ ਜਿਨੇ ਬੜੇ ਪਿਆਰ ਸਤਿਕਾਰ ਦੇ ਨਾਲ ਬਚਨ ਸੰਗਤਾਂ ਨੂੰ ਸਰਵਣ ਕਰਾਏ ਹਨ। ਦੀਵਾਲੀ ਦੇ ਉੱਤੇ ਬਹੁਤ ਕੁਝ ਉਹਨਾਂ ਨੇ ਦੱਸਿਆ ਹੈ। ਦੀਵਾਲੀ ਦਾ ਸੈਕਰਡ ਫੈਸਟੀਵਲ ਐਂਡ ਦਾ ਵਰਲਡ, ਸਾਂਝਾ ਤਿਉਹਾਰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਵਿੱਚ ਅਨੇਕਾਂ ਐਗਜ਼ਾਮਪਲਾਂ ਹਨ, ਉਦਾਹਰਣਾਂ ਹਨ ਕਿ ਜੋ ਸੰਗਤ ਹੈ ਸਾਰਿਆਂ ਨਾਲੋਂ ਸਰੇਠ ਹੈ, ਪਰ ਭਾਗਾਂ ਤੋਂ ਬਗੈਰ ਸੰਗਤ ਪ੍ਰਾਪਤ ਨਹੀਂ ਹੁੰਦੀ ਹੈ। ਕਬੀਰ ਸੰਗਤ ਸਾਧਕੀ ਬੰਦਿਓਂ ਕਰੇ ਖੁਦਾ, ਲੋਹੇ ਸੇ ਕੰਚਨ ਕਰੇ ਦੇਖੋ ਪਾਰਸਲਾ। ਸੋ ਮੈਂ ਬੇਨਤੀ ਕਰਾਂ, ਦੀਵਾਲੀ ਦੇ ਹੋਰ ਵੀ ਕਾਰਨ ਹਨ ਸਮੇਂ ਦੇ ਮੁਤਾਬਕ, ਜੋ ਕਿ ਇਸ ਪਾਵਨ ਧਰਤੀ ਤੇ ਅਨੇਕਾਂ ਰਹਿਬਰਾਂ ਨੇ, ਗੁਰੂਆਂ ਨੇ, ਪੀਰਾਂ ਨੇ, ਸੰਤਾਂ ਨੇ, ਮਹਾਂਪੁਰਸ਼ਾਂ ਨੇ, ਰਹਿਬਰਾਂ ਨੇ ਮੁਬਾਰਕ ਚਰਨ ਪਾਏ। ਸੋ ਇਸੇ ਹੀ ਦੀਵਾਲੀ ਵਾਲੇ ਦਿਨ ਮਥੁਰਾ ਦੇ ਵਿੱਚ ਸਵਾਮੀ ਦਇਆਨੰਦ ਜੀ ਨੇ ਆਪਣੇ ਮੁਰਸ਼ਿਦ ਕੋਲੋਂ, ਬਿਰਲਾ ਆਨੰਦ ਜੀ ਕੋਲੋਂ ਗੁਰਸ਼ਬਦ ਪ੍ਰਾਪਤ ਕੀਤਾ ਸੀ। ਇਸੇ ਦਿਨ ਰਾਜੇ ਬਿਕਰਮਾਜੀਤ ਨੂੰ ਰਾਜ ਤਿਲਕ ਲੱਗਾ ਸੀ। ਇਸੇ ਦਿਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੂੰ ਮੈਂ ਬੇਨਤੀ ਕਰ ਰਿਹਾ ਹਾਂ ਕਿ ਭਗਵਾਨ ਮਹਾਵੀਰ ਦੀ ਯਾਦ ਵਿੱਚ ਘਰ ਘਰ ਵਿੱਚ ਖੁਸ਼ੀ ਦੇ ਦੀਵੇ ਜਗਾਏ ਜਾਂਦੇ ਨੇ। ਸੋ ਗੁਰੂ ਰੂਪ ਸਾਧ ਸੰਗਤ ਜੀਓ, ਮੈਂ ਬੇਨਤੀ ਕਰਨੀ ਹੈ ਕਿ ਸੰਗਤ ਦਾ ਬਹੁਤ ਵੱਡਾ ਫਲ ਹੈ। ਜੇ 52 ਰਾਜਿਆਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸੰਗਤ ਕੀਤੀ ਗਵਾਲੀਅਰ ਦੇ ਕਿਲੇ ਵਿੱਚ, ਦੇਖੋ ਜੋ ਜਹਾਂਗੀਰ ਬਾਦਸ਼ਾਹ ਜੀ ਨੇ ਉਹਨਾਂ ਨੂੰ ਕੈਦ ਕੀਤਾ ਹੋਇਆ ਸੀ, ਜੋ ਕਿ ਗਵਾਲੀਅਰ ਦਾ ਕਿਲਾ, ਉਹਨਾਂ ਨੂੰ ਜਦੋਂ ਗੁਰੂ ਸਾਹਿਬਾਂ ਦੀ ਸੰਗਤ ਪ੍ਰਾਪਤ ਹੋਈ ਤੇ ਉਹਨਾਂ ਨੂੰ ਸਵਰਗ ਲੱਗਣ ਲੱਗ ਪਿਆ, ਕਿਉਂਕਿ ਜਿੱਥੇ ਸਾਧ ਸੰਗਤ ਹੈ ਉੱਥੇ ਸਵਰਗ ਬਣ ਜਾਂਦਾ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀਓ, ਗੁਰੂ ਇੱਕ ਐਸਾ ਸਰਬ ਸ਼ਕਤੀਮਾਨ ਹੈ, ਗੁਰੂ ਇੱਕ ਬਹੁਤ ਵੱਡੀ ਸ਼ਕਤੀ ਹੈ, ਸੁਪਰੀਮ ਪਾਵਰ ਹੈ। ਗੁਰੂ ਰੂਪ ਸਾਧ ਸੰਗਤ ਜੀਓ, ਕਿਤਨੀ ਸ਼ਰਧਾ ਹੈ। ਇੱਕ ਵਿਦਵਾਨ ਨੇ ਬੜਾ ਸੁੰਦਰ ਵਰਣਨ ਕੀਤਾ ਹੈ, ਗੁਰ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੋਂ ਪਾਏ, ਬਲਿਹਾਰੀ ਗੁਰ ਆਪਣੇ ਜਨ ਗੋਬਿੰਦ ਦੀਆਂ ਮਿਲਾਏ। ਸੋ ਗੁਰੂ ਇੱਕ ਸੁਪਰੀਮ ਪਾਵਰ ਹੈ। ਗੁਰੂ ਤੋਂ ਬਗੈਰ ਕੋਈ ਰਸਤਾ ਸਾਨੂੰ ਲੱਭ ਨਹੀਂ ਸਕਦਾ ਹੈ।
ਗੁਰੂ ਹੀ ਸਾਨੂੰ ਡਾਇਰੈਕਸ਼ਨ ਦਿੰਦਾ ਹੈ, ਸੇਧ ਦਿੰਦਾ ਹੈ। ਗੁਰੂ ਰੂਪ ਸਾਧ ਸੰਗਤ ਜੀਓ, ਸੋ ਗੁਰੂ ਰੂਪ ਸਾਧ ਸੰਗਤ ਜੀਓ ਦੇਖੋ, ਸੰਗਤ ਕੀਤੀ ਤੇ ਉਹਨਾਂ ਦਾ ਜੀਵਨ ਇੱਕ ਸਵਰਗੀ ਜੀਵਨ ਬਣ ਗਿਆ। ਉਸ ਜੀਵਨ ਵਿੱਚ ਉਹਨਾਂ ਨੂੰ ਖੁਸ਼ੀਆਂ ਪ੍ਰਾਪਤ ਹੋਈਆਂ। ਇਸ ਕਰਕੇ ਸੰਗਤਾਂ ਨੇ ਇਸੇ ਖੁਸ਼ੀ ਵਿੱਚ ਦੀਵੇ ਜਗਾਏ ਤੇ ਖੁਸ਼ੀ ਪ੍ਰਾਪਤ ਕੀਤੀ ਗਈ। ਗੁਰੂ ਸਾਧ ਸੰਗਤ ਜੀਓ, ਸੋ ਮੈਂ ਅਰਜ਼ ਕਰ ਰਿਹਾ ਸੀ, कलयुग काली बदली बरसर है अंगियार, संतन होते जगत में जल मरता संसार। कलू काल दे इस अंधेर अंदर जेकर कीती रोशनाई तां साधुआं ने, सड़दी देख के दुनी लाचार होई, सड़दी देख के दुनी लाचार होई, ठंडी शांत बरसाई तां साधुआं ने, भव सागरों जीवां दे कढणे लई बेड़ी खास चलाई तां साधुआं ने, सत संग दी लहर जो मार छिट्टा, सारी तपश बुझाई तां साधुआं ने। ਇਹ ਸਾਧੂਆਂ ਦੀ ਸਰਵ ਸ਼ਕਤੀ ਹੈ ਜਿਨ੍ਹਾਂ ਨੇ ਜੇ ਜੀਵਾਂ ਨੂੰ ਆਣ ਕੇ ਤਾਰਿਆ ਹੈ। ਮੈਂ ਤਾਂ ਇੱਥੋਂ ਤੱਕ ਵਰਣਨ ਕਰਦਾ ਹਾਂ, ਗੁਰੂ ਸਾਹਿਬਾਂ ਦੇ ਕੋਮਲ ਕਦਮਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਪਤਾ ਨਹੀਂ ਕਿੰਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਵਰਗਿਆਂ ਨੇ ਜੀਵਾਂ ਨੂੰ ਤਾਰਿਆ ਹੈ। ਠੀਕ ਹੀ ਵਿਦਵਾਨ ਨੇ ਆਖਿਆ ਹੈ, ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ। ਅਸਮਾਨ ਦੇ ਤਾਰੇ ਗਿਣਨੇ ਬੜੇ ਔਖੇ ਨੇ, ਪਰ ਉਹਨਾਂ ਤੋਂ ਉਪਰੰਤ जिन्हें गुरु साहबा ने, महापुरुषों ने, पीरा ने, पैगंबरां ने, रहबरां ने जीवां नूं तारिया है, वो गिणे नहीं जा सकते। गज के आखो सतनाम श्री वाहिगुरू। गुरु बड़ा समर्थ है, सर्व शक्तिमान है। गुरु साध संगत जीओ, इसे तरह इस संसार से देखो अनेकों रहबरां ने मुबारक चरण पाए, संदेश दिता है। गुरु साध संगत जीओ, ये जो भागां वाले जीव हैं जो संगत करते हैं, ठीक ही किसी ने आख्या है, जिस तरह के दिवाली के फैसटिवल ते खुशियां मनाने दी तैयारियां हो रही हैं सारे संसार में, ठीक ही किसी ने आख्या है, मुर्शद जो कामल होते हैं, मुर्शद जो कामल होते हैं, उनकी हर बात निराली होती है, हर वक्त दशहरा होता है, हर वक्त दिवाली होती है। जो पूरे सतगुरु होंदे हन, पूरे महापुरुष होंदे हन, उन्हां दे वचन नियारे होंदे हन। गुरु साध संगत जीओ, ਸਾਡੇ ਜੋ ਨੇਤਰ ਹਨ, ਜੇ ਕਿਤੇ ਗੁਰੂ ਸਾਹਿਬਾਂ ਦੇ ਮਹਾਂਪੁਰਸ਼ਾਂ ਦੀਆਂ ਗੱਲਾਂ ਨੂੰ ਸਮਝਣ ਲੱਗ ਪੈਣ ਤਾਂ ਸਵਰਗ ਕਿਤੇ ਦੂਰ ਨਹੀਂ ਹੈ। ਮੈਂ ਬੇਨਤੀ ਕਰਾਂ, ਸ਼੍ਰੀ ਰਾਮ ਜੀ ਪੂਰਨ ਅਵਤਾਰ ਹੈ ਸਨ, ਸ਼੍ਰੀ ਰਾਮ ਜੀ ਪੂਰਨ ਅਵਤਾਰ ਹੈ ਸਨ, ਭੇਦ ਪਾ ਨਾ ਸਕੀ ਵਿਦਵਾਨ ਰਾਵਣ ਦੀ ਅੱਖ, ਜਦੋਂ ਦੇਖਿਆ ਖਾਸ ਖਿਆਲ ਕਰਕੇ ਫੌਰਨ ਤਾੜ ਗਈ ਵਾਲੀ ਹਨੂ ਮਾਨ ਦੀ ਅੱਖ। 16 ਕਲਾਂ ਵਾਲੇ ਸ੍ਰੀ ਕ੍ਰਿਸ਼ਨ ਜੀ ਨੂੰ जान सकी ना निदान दुर्योधन दी अख, निगाह लड़िया मुरली मनोहर जी दी फौरन ताड़ गई अर्जन बलवान दी अख। देखो कितनी शक्ति है गुरु साहिबां दी कोमल कदमां दी। ये जो सारा जो फल है सतसंग दा है, भागां तो बगैर सतसंग नहीं प्राप्त हुंदा है। सो भागां वाले सतसंग करते हैं महापुरुषां दा, ये महापुरुषां दी जो संगत है भागां तो बगैर नहीं की जा सकती। सो संगतां दा बहुत बहुत कोटान कोटान धन्नवाद है जिन्हों ने बहुत बड़ा उपराला किया है संगतां नूं उपदेश देने का। देखो कितनियां संगतां सुन रही हैं, पता नहीं किहड़ा अक्षर किहड़ा शब्द किसी जीव का आधार कर देवे। सो गुरु साध संगत जीओ, बड़ी खुशी हुई है इत्थे आण के संगतां दे नाल विचार साझे करन दी। सो बहुत बहुत कोटान कोटान सारी मैनेजमेंट का। मैं इस प्रोग्राम फिर दोबारा लख लख वधाई देंदा हाँ। दस के मां दा जाचक है, क्योंकि गुरु के गुण बहुत हैं, बहुत हैं, कहे नहीं जा सकते, लिखे नहीं जा सकते। सो गुरु साध संगत जीओ कहते ने, मेरे दाता की सिफत ना लिखी जाए, मेरे दाता की सिफत ना लिखी जाए, भावें सत्ता समुद्रां की स्याही होवे, मात लोग दे दिसण जो दरख्त सारे, भावें इन्हां दी कलम बनाई होवे, अर्श फर्श भावें बन जाण कागज, फिर भी कदे ना पूरी लिखाई होवे। गुण बहुत हैं महापुरुषों के, साडे ते बहुत परोपकार कीते ने। सो साडी रसना की वर्णन कर सकती है, लिख भी नहीं सकते, पढ़ भी नहीं सकते, इन्ने गुण हैं गुरु साहिबां दे। सो दास के मां दा जाचक है। सो इत्थे मैं सारियां संगतां नूं जय गुरदेव बुलाउंदा हां। गज के आखो जय गुरदेव, जय गुरदेव, धन गुरदेव। हाँ जी, बहुत बहुत धन्यवाद ज्ञानी जी। मैं तुहाडे कोल एक सवाल करना चाहुंदा हां कि जो साडी दिवाली है, ਇਹਦਾ ਸਾਡੇ ਨਾਲ ਸਾਨੂੰ ਕੀ ਇਹ ਚੋਂ ਸਿੱਖਿਆ ਲੈਣੀ ਚਾਹੀਦੀ ਹੈ, ਔਰ ਸਾਨੂੰ ਕੀ ਸਿੱਖਿਆ ਇਹ ਨਾ ਜੋ ਤਿਉਹਾਰ ਹੈ, ਕਿਉਂਕਿ ਇਹ ਤਿਉਹਾਰ ਐਵੇਂ ਨਹੀਂ ਬਣਾਏ, ਇਹਨਾਂ ਦੇ ਪਿੱਛੇ ਕੋਈ ਇਤਿਹਾਸ ਹੈ। ਸਾਨੂੰ ਇਹਨਾਂ ਵਿੱਚੋਂ ਕੀ ਸਿੱਖਿਆ ਔਰ ਕੀ ਸਾਨੂੰ ਇਹਨਾਂ 'ਚ ਸਿੱਖਣਾ ਚਾਹੀਦਾ ਹੈ। ਉਹਨਾਂ ਸਾਨੂੰ ਜਿਹੜੇ ਸਾਡੇ ਇਹ ਤਿਉਹਾਰ ਹਨ ਉਹ ਸਾਡੇ ਵਾਸਤੇ ਕੀ ਉਪਦੇਸ਼ ਛੱਡੇ ਗਏ ਹਨ, ਜਿਹੜਾ ਇਹਦੇ ਵਾਸਤੇ ਚੱਲਣਾ ਪਾਉਦਾ।
परम सत्कारयोग गुरु साध संगत जीओ, संसार ते सदा वास्ते सच की जित हुंदी आई है। रामकली महला तीजा नाम ਦੀਆਂ पौड़ियां पढ़ के वेखिए तो अखीर ते जाके पढ़ते हाँ, ये सच सबना का खासम है। सतमेव जयते, संसार ते सदा ही सच की जय ते जित हुंदी आई है। सो देखो जहांगीर दी जो कि सोचनी सी, गुरु रूप साध संगत जीओ, ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਚਾਰ ਭਗਤ ਆਏ। ਗੱਲ ਕਰਨੀ ਹੈ ਸੱਚ ਦੀ। ਗੁਰੂ ਅਰਜਨ ਦੇਵ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਰਾਮਸਰ ਦੀ ਧਰਤੀ ਤੇ ਲਿਖਾ ਰਹੇ ਸਨ ਤੇ ਲਾਹੌਰ ਤੋਂ ਚਾਰ ਭਗਤ ਆ ਗਏ। ਕਹਿੰਦੇ ਜੀ ਸਾਡੇ ਤੇ ਵੀ ਕਿਰਪਾ ਕਰੋ, ਸਾਡੀ ਵੀ ਇਲਾਹੀ ਬਾਣੀ ਲਿਖ ਲਓ, ਸਾਡਾ ਵੀ ਸੰਸਾਰ ਤੇ ਨਾਂ ਰਹਿ ਜਾਵੇਗਾ। ਜਦੋਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਬਾਣੀ ਸੁਣੀ ਤੇ ਕਿਹਾ ਕਿ ਇਹ ਬਾਣੀ ਸੱਚ ਦੀ ਚਟਾਨ ਤੇ ਉਤਰਦੀ ਨਹੀਂ ਹੈ, ਸੱਚ ਦੀ ਪਰਖ ਤੇ ਤੁਲਦੀ ਨਹੀਂ ਹੈ, ਇਹ ਬਾਣੀ ਨਹੀਂ ਚੜ੍ਹੀ ਜਾਵੇਗੀ, ਇਸ ਵਿੱਚ ਮੈਂ ਨਹੀਂ ਆਉਣੀ ਚਾਹੀਦੀ ਹੈ, ਇਹਦੇ ਵਿੱਚ ਮੈਂ ਨਹੀਂ ਆ ਰਹੀ ਹੈ। ਸੋ ਕਾन्हा ਭਗਤ ਜੀ ਬੜੇ ਨਾਰਾਜ਼ ਹੋਏ। ਉਸ ਤੋਂ ਉਪਰੰਤ ਇਤਿਹਾਸ ਬੜਾ ਲੰਬਾ ਹੈ, ਬਾਨਣ ਕਰਨਾ ਕੋਈ ਸੌਖੀ ਗੱਲ ਨਹੀਂ, ਸਮਾਂ ਲੱਗਦਾ ਹੈ। ਸੋ ਚੰਦੂ ਦੀ ਕੋਝੀਆਂ ਚਾਲਾਂ ਨੇ ਬਾਦਸ਼ਾਹ ਜਹਾਂਗੀਰ ਨੂੰ ਸਮਝਾਇਆ ਕਿ ਇਹ ਬਾਦਸ਼ਾਹ ਤੇਰੇ ਤੇ 60 ਸਦੀ ਆਉਣ ਵਾਲੀ ਹੈ। ਗੁਰੂ ਰੂਪ ਸਾਧ ਸੰਗਤ ਜੀਓ, ਕਿਉਂਕਿ ਉਸ ਸਮੇਂ ਲਾਹੌਰ ਵਿੱਚ ਹਾਕਮ ਦਾ ਜੋ ਕਿ ਕਾਰੋਬਾਰ ਕਰਨ ਵਾਲਾ ਸੀਗਾ, ਕਰਮਚਾਰੀ ਸੀ, ਜਹਾਂਗੀਰ ਬਾਦਸ਼ਾਹ ਨੂੰ ਸਮਝਾਉਣ ਲੱਗ ਪਿਆ ਕਿ ਤੇਰੇ ਤੇ ਇਦਾਂ ਦੀ 60 ਸਦੀ ਆ ਰਹੀ ਹੈ, ਤੈਨੂੰ ਕਿਸੇ ਮਹਾਂਪੁਰਸ਼ ਦੀ ਸੰਗਤ ਕਰਨੀ ਚਾਹੀਦੀ ਹੈ। ਗਵਾਲੀਅਰ ਦੇ ਕਿਲੇ ਵਿੱਚ ਲਿਆ ਕੇ ਮਹਾਂਪੁਰਸ਼ ਨੂੰ ਇੱਥੇ ਸੱਦਣਾ ਚਾਹੀਦਾ ਹੈ ਤੇ ਤਪ ਕਰਾਉਣਾ ਚਾਹੀਦਾ ਹੈ। ਕਹਿੰਦੇ ਦੱਸੋ ਵੀ ਇਸ ਵੇਲੇ ਸੰਸਾਰ ਤੇ ਕੌਣ ਮਹਾਂਪੁਰਸ਼ ਹੈ? ਕਹਿੰਦੇ ਗੁਰੂ ਨਾਨਕ ਦੀ ਗੱਦੀ ਤੇ ਇਸ ਵੇਲੇ 6ਵੇਂ ਪਾਤਸ਼ਾਹ ਜੀ ਹਨ, ਜਿਨ੍ਹਾਂ ਨੂੰ ਕਿ ਸੱਚੇ ਪਾਤਸ਼ਾਹ ਆਖਿਆ ਜਾਂਦਾ ਹੈ। ਉਹਨਾਂ ਵਰਗੇ ਮਹਾਂਪੁਰਸ਼ਾਂ ਨੂੰ ਇੱਥੇ ਲਿਆਂਦਾ ਜਾਵੇ ਤੇ ਸਾਸੰਗ ਕਰਾਇਆ ਜਾਵੇ ਤੇ ਤਪੱਸਿਆ ਕੀਤੀ ਜਾਵੇ, ਫੇਰ ਕਿਤੇ ਤੇਰੇ ਉਤੋਂ ਇਹ 60 ਸਦੀ ਟਲ ਸਕਦੀ ਹੈ। ਗੁਰੂ ਰੂਪ ਸਾਧ ਸੰਗਤ ਜੀਓ, ਇਹ ਜੋ ਸਮਾਂ ਹੈ ਬੜੀ ਤੇਜ਼ੀ ਨਾਲ ਬਤੀਤ ਹੁੰਦਾ ਜਾ ਰਿਹਾ ਹੈ। ਸੱਚ ਸੱਚ ਹੈ। ਸੋ ਗੁਰੂ ਸਾਧ ਸੰਗਤ ਜੀਓ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਕਰਮਾਂ ਦੀ ਗਤੀ ਬੜੀ ਬਲਵਾਨ ਹੁੰਦੀ ਹੈ। ਇਧਰ ਜਦੋਂ ਲੋੜ ਤੋਂ ਵਾਧੂ ਦਿਨ ਚਲੇ ਗਏ ਤੇ ਅੰਮ੍ਰਿਤਸਰ ਦੀਆਂ ਸਾਰੀਆਂ ਸੰਗਤਾਂ ਅਦਾਸ ਹੋਣ ਲੱਗ ਪਈਆਂ, ਕਿਉਂਕਿ ਗੁਰੂ ਤੋਂ ਬਗੈਰ ਹਨੇਰਾ ਹੀ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਲਾਹੀ ਬਾਣੀ ਦਾ ਫਰਮਾਨ ਹੈ, ਦਰਸ਼ਨ ਦੇਖ ਜੀਵਾਂਗੁਰ ਤੇਰਾ, ਪੂਰਨ ਕਰਮ ਹੋਏ ਬ੍ਰਹਮ ਮੇਰਾ। ਸੰਗਤਾਂ ਅਦਾਸ ਹੋਣ ਲੱਗ ਪਈਆਂ ਤੇ ਸਾਈਂ ਮੀਆਂ ਮੀਰ ਜੀ ਵਰਗੇ, ਜਿਨ੍ਹਾਂ ਨੂੰ ਸਾਰੇ ਲਾਹੌਰ ਵਿੱਚ, ਸਾਰੇ ਸੰਸਾਰ ਵਿੱਚ ਰੱਬ ਕਰਕੇ ਜਾਣਿਆ ਜਾਂਦਾ ਸੀ, ਤੇ ਉਹਨਾਂ ਨੂੰ ਵੀ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ ਹੈ। ਇਧਰੋਂ ਸੰਗਤਾਂ ਬੇਵੱਲ ਹੋ ਰਹੀਆਂ ਨੇ। ਸਾਰਿਆਂ ਨੇ ਸਲਾਹ ਦਿੱਤੀ ਕਿ ਐ ਬਾਦਸ਼ਾਹ ਤੂੰ ਬੜੀ ਭੁੱਲ ਵਿੱਚ ਜਾ ਰਿਹਾ ਏ। ਸੋ ਗੁਰੂ ਸਾਧ ਸੰਗਤ ਜੀ, ਸੰਸਾਰ ਤੇ ਸਦਾ ਵਾਸਤੇ ਜਿੱਤ ਹੋਣੀ ਹੈ, ਉਹਨੂੰ ਸਾਰੀਆਂ ਗੱਲਾਂ ਸਮਝਾਤੀਆਂ। ਤੇ ਜਦੋਂ ਫਿਰ ਜਹਾਂਗੀਰ ਨੂੰ ਪਤਾ ਲੱਗਾ ਕਿ ਵਾਕਿਆ ਮੈਂ ਬੜੀ ਵੱਡੀ ਗਲਤੀ ਵੱਲ ਜਾ ਰਿਹਾ ਹਾਂ, ਫਿਰ ਸਤਿਗੁਰੂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੜੇ ਪਿਆਰ ਸਤਿਕਾਰ ਦੇ ਨਾਲ ਹੁਣ ਤੁਸੀਂ ਆਪਣੀਆਂ ਸੰਗਤਾਂ ਨੂੰ ਜਾ ਕੇ ਦਰਸ਼ਨ ਦਿਦਾਰ ਦੇਵੋ ਤੇ ਸਾਡੇ ਤੇ ਕਿਰਪਾ ਕਰੋ। ਸਾਰੇ ਕੰਮ ਉਹਨਾਂ ਦੇ ਪੂਰਨ ਹੋ ਗਏ, ਆਸ਼ੀਰਵਾਦ ਦਿੱਤਾ ਤੇ 52 ਰਾਜੇ ਵੀ 52 ਤਣੀਆਂ ਲਾ ਕੇ ਬਾਹਰ ਆ ਗਏ। ਇਸ ਕਰਕੇ ਸਦਾ ਵਾਸਤੇ ਸੰਸਾਰ ਤੇ ਸੱਚ ਦੀ ਜਿੱਤ ਹੋਣੀ ਹੈ, ਜਿੱਤ ਹੁੰਦੀ ਰਹੀ ਹੈ। ਪਰ ਗੁਰੂ ਸਾਧ ਸੰਗਤ ਜੀਓ, ਸੱਚ ਕੌੜਾ ਬੜਾ ਹੈ, ਸੱਚ ਦੀ ਜੜ ਬੜੀ ਕੌੜੀ ਹੈ, ਪਰ ਫਲ ਬੜੇ ਮਿੱਠੇ ਹਨ। ਸੋ ਗੁਰੂ ਸਾਧ ਸੰਗਤ ਜੀ ਸਾਨੂੰ ਸੱਚ ਬੋਲਣ ਦੀ ਤਾਕਤ ਬਖਸ਼ਿਸ਼ ਕਰੇ, ਦਾਸ ਕੇ ਮਨ ਦਾ ਜਾਚਕ ਹੈ। ਹਾਂਜੀ, ਸੋ ਇਹ ਜੋ ਆਪਾਂ ਤਿਉਹਾਰ ਮਨਾਉਂਦੇ ਹਾਂ, ਹਰ ਇੱਕ ਤਿਉਹਾਰ ਦੀ ਆਪੋ ਆਪਣਾ ਇਤਿਹਾਸ ਹੈ, ਹਰ ਇੱਕ ਤਿਉਹਾਰ ਦੀ ਆਪੋ ਆਪਣੀ ਸਿੱਖਿਆ ਹੈ। ਔਰ ਸਾਡੇ ਇਹ ਜੋ ਤਿਉਹਾਰ ਹੈ ਮਨਾਉਣ ਦਾ ਵੀ ਮਕਸਦ ਇਹੀ ਹੈ ਕਿ ਸਾਡੇ ਉਹ ਜੋ ਰਹਿਬਰਾਂ ਨੇ ਸਾਡੇ ਵਾਸਤੇ ਉਪਦੇਸ਼ ਛੱਡੇ ਗਏ ਹਨ, ਸਾਨੂੰ ਆਪਣੇ ਇਹ ਜੋ ਮੰਤਵ ਹੈ ਇਹਨਾਂ ਤਿਉਹਾਰਾਂ ਨੂੰ ਮਨਾਉਣ ਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਸ ਦੱਸੇ ਹੋਏ ਪੱਥ ਤੇ ਚੱਲ ਕੇ, ਉਸ ਦੱਸੇ ਹੋਏ ਮਾਰਗ ਚੱਲ ਕੇ ਆਪਾਂ ਵੀ ਇਸ ਤਿਉਹਾਰਾਂ ਦੇ ਤਾਈਓ ਹੀ ਸ਼ਰੀਕ ਬਣ ਸਕਦੇ ਹਾਂ ਜੇ ਆਪਾਂ ਉਹਨਾਂ ਦੇ ਦੱਸੇ ਹੋਏ ਮਾਰਗ ਚੱਲੀਏ। ਔਰ ਇਹ ਗੱਲ ਪੱਕੀ ਹੈ, ਜਿਸ ਤਰ੍ਹਾਂ ਗਿਆਨੀ ਹੁਣੇ ਰੱਬ ਜੀ ਨੂੰ ਦੱਸਿਆ ਹੈ ਕਿ ਠੀਕ ਹੈ ਕਿ ਸੱਚ ਦੇ ਮਾਰਗ ਚੱਲਣ ਤੇ ਬਹੁਤ ਤਕਲੀਫਾਂ ਆਉਂਦੀਆਂ ਹਨ। ਇਹ ਕੋਈ ਰਸਤਾ ਸੌਖਾ ਨਹੀਂ ਹੈ, ਕਿਉਂਕਿ ਆਖਾਂ ਜੀਵਾਂ ਬਿਸਰੇ ਮਰ ਜਾਓ, ਆਖਣ ਔਖਾ ਸੱਚਾ ਨਾਉ। ਜੇ ਦੁਨੀਆ ਵਿੱਚ ਕੋਈ ਕੌੜੀ ਚੀਜ਼ ਹੈ ਤਾਂ ਸਭ ਤੋਂ ਕੌੜੀ ਹੈ ਉਹ ਹੈ ਸੱਚ। ਜਿੰਨਾ ਇਹ ਕਹਿਣਾ ਸੌਖਾ ਹੈ, ਸੱਚ ਸੁਣਨਾ ਵੀ ਉਨਾ ਔਖਾ ਹੈ, ਪਰ ਇਸ ਦੇ ਜੋ ਫਲ ਹਨ, ਇਸ ਦਾ ਜੋ ਮਹੱਤਵ ਹੈ, ਉਹ ਦੁਨੀਆ ਦੇ ਸਭ ਤੋਂ ਉੱਤਮ
ਤੇ ਪਰਮ ਫਲਾਂ ਵਿੱਚੋਂ ਹੈ। ਸੋ ਇਹ ਜੋ ਤਿਉਹਾਰ ਹਨ, ਸਾਡਾ ਮਨਾਉਣ ਦਾ ਇਹੀ ਮਕਸਦ ਹੈ ਕਿ ਅਸੀਂ ਇਹ ਜੋ ਸਾਡੇ ਵਿੱਚ ਕੂੜ ਹੈ ਉਸ ਨੂੰ ਦੂਰ ਕਰਕੇ ਉਸ ਦੀ ਜਗ੍ਹਾ ਸੱਚ ਨੂੰ ਦੇਣੀ ਹੈ। ਸੋ ਦਾਸ ਗਿਆਨੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਤੋ ਇਸ ਤਰ੍ਹਾਂ ਹੀ ਸਾਡੇ ਪਾਸ ਅੱਜ ਇੱਕ ਹੋਰ ਬੁਲਾਰੇ ਆਏ ਹਨ, ਨਵੇਂ ਬੁਲਾਰੇ ਆਏ ਹਨ, ਸ਼੍ਰੀਮਾਨ ਧਰਮਪਾਲ ਜੀ, ਜੋ ਆਪ ਜੀ ਨੂੰ ਇਸ ਦਿਵਾਲੀ ਦੇ ਮਹੱਤਵ ਔਰ ਜੋ ਸੰਤਾਂ ਮਹਾਂਪੁਰਸ਼ਾਂ ਦਾ ਉਪਦੇਸ਼ ਹੈ ਉਸ ਨਾਲ ਜਾਣੂ ਕਰਾਉਣਗੇ। ਤਾਂ ਸਭ ਤੋਂ ਪਹਿਲਾਂ ਮੈਂ ਸ਼੍ਰੀਮਾਨ ਧਰਮਪਾਲ ਜੀ ਨੂੰ ਆਪਣੇ ਇਸ ਸਟੂਡੀਓ ਦੇ ਵਿੱਚ ਔਰ ਸ਼੍ਰੀ ਗੁਰਦਾਸ ਮਿਸ਼ਨ ਇੰਟਰਨੈਸ਼ਨਲ ਦੇ ਸੰਚਾਲਕਾਂ ਵੱਲੋਂ ਔਰ ਇਸ ਟੀਮ ਸਾਰੀ ਜੋ ਸਾਡੇ ਪਾਸ ਟੀਮ ਇਸ ਵੇਲੇ ਹਾਜ਼ਰ ਹੈ ਉਹਨਾਂ ਵੱਲੋਂ ਉਹਨਾਂ ਦਾ ਜੀ ਆਇਆਂ, ਉਹਨਾਂ ਨੂੰ ਵੈਲਕਮ ਆਖਦਾ ਹਾਂ। ਔਰ ਧਰਮਪਾਲ ਜੀ, ਬਹੁਤ ਬਹੁਤ ਖੁਸ਼ੀ ਹੋਈ ਤੁਹਾਨੂੰ ਵੀ, ਤੁਸੀਂ ਵੀ ਇਸ ਸਟੂਡੀਓ 'ਚ ਆ ਕੇ ਆਪਣਾ ਜੋ ਹੈ ਯੋਗਦਾਨ ਪਾਇਆ ਹੈ। ਔਰ ਦਾਸ ਸਾਰਿਆਂ ਨੂੰ ਬੇਨਤੀ ਕਰੇਗਾ ਕਿ ਇਹ ਜੋ ਸਟੂਡੀਓ ਹੈ, ਜੋ ਇਹ ਜੋ ਚੈਨਲ ਹੈ ਜਾਂ ਇਹ ਜੋ ਪ੍ਰੋਗਰਾਮ ਹੈ, ਇਹ ਸਾਰਿਆਂ ਸਾਂਝਾ ਹੈ। ਆਓ ਆਪਾਂ ਸਾਰੇ ਰਲ ਮਿਲ ਕੇ ਤਨ ਮਨ ਧਨ ਦੇ ਨਾਲ ਜਿਸ ਤਰ੍ਹਾਂ ਵੀ ਆਪਾਂ ਸੇਵਾ ਕਰ ਸਕਦੇ ਹਾਂ ਇਸ ਵਿੱਚ ਆਪਣਾ ਯੋਗਦਾਨ ਪਾਈਏ। ਔਰ ਅੱਜ ਜੋ ਸਮਾਂ ਹੈ, ਜੋ ਹਰ ਇੱਕ ਸਮਾਂ ਹੈ, ਆਪੋ ਆਪਣਾ ਯੁੱਗ ਹੈ। ਅੱਜ ਮੀਡੀਆ ਦਾ ਯੁੱਗ ਹੈ। ਇਸ ਮੀਡੀਆ ਦੇ ਯੁੱਗ ਰਾਹੀਂ ਅੱਜ ਆਪਾਂ ਨੂੰ ਇਹ ਜੋ ਗੁਰਦਾਸ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਸਾਨੂੰ ਬੋਲਣ ਦਾ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਨੂੰ ਘਰ ਘਰ ਪਹੁੰਚਾਉਣ ਦਾ ਸਮਾਂ ਮਿਲਿਆ ਹੈ। ਇਹ ਯੁੱਗ ਹੈ। ਇਸ ਮੀਡੀਆ ਦਾ ਆਪਾਂ ਪੂਰਾ ਫਾਇਦਾ ਲਈਏ ਔਰ ਇਸ ਮੀਡੀਆ ਥਰੂ ਉਸ ਮਹਾਂਰਹਿਬਰਾਂ ਦੀ, ਉਹਨਾਂ ਮਹਾਂਰਹਿਬਰਾਂ ਦੀ ਜੋ ਬਾਣੀ ਹੈ, ਉਪਦੇਸ਼ ਹੈ, ਕੋਸ਼ਿਸ਼ ਕਰੀਏ ਕਿ ਘਰ ਘਰ ਪਹੁੰਚੇ ਉਹ ਔਰ ਆਪਾਂ ਇਸ ਜੀਵਨ ਦਾ ਪੂਰਾ ਉਹਨਾਂ ਦੇ ਦੱਸੇ ਉਪਦੇਸ਼ਾਂ ਦੇ ਨਾਲ ਚੱਲ ਕੇ ਇਸ ਦਾ ਪੂਰਾ ਫਾਇਦਾ ਲੈ ਲਈਏ। ਸੋ ਦਾਸ ਸਾਰਿਆਂ ਨੂੰ ਬੇਨਤੀ ਕਰੇਗਾ ਕਿ ਹਰ ਇੱਕ ਤਰੀਕੇ ਨਾਲ ਆਪ ਜੀ ਨੇ ਇਸ ਚੈਨਲ ਦੇ ਵਿੱਚ, ਇਸ ਪ੍ਰੋਗਰਾਮ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਸੋ ਧਰਮਪਾਲ ਜੀ ਨੂੰ ਬੇਨਤੀ ਕਰਾਂ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਬਾਰੇ ਔਰ ਜੋ ਆਉਣ ਵਾਲੇ ਪ੍ਰੋਗਰਾਮ ਹਨ, ਸੰਤਾਂ ਮਹਾਂਪੁਰਸ਼ਾਂ ਬਾਰੇ, ਜਿਨ੍ਹਾਂ ਦਾ ਇਸ ਦੁਨੀਆ ਵਿੱਚ ਬਹੁਤ ਵੱਡਾ ਪਰਉਪਕਾਰ ਹੈ, ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਕੀ ਸਮਝਦੇ ਹੋ ਇਹਨਾਂ ਪ੍ਰੋਗਰਾਮਾਂ ਬਾਰੇ? ਅੱਛਾ ਦਾਸ, ਪਹਿਲਾਂ ਤਾਂ ਸ਼੍ਰੀ ਗੁਰੂ ਗੁਰਦਾਸ ਮਿਸ਼ਨ ਇੰਟਰਨੈਸ਼ਨਲ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਕਿ ਇਹ ਟੀਵੀ ਚੈਨਲ ਚਲਾਇਆ ਜੀ, ਜੋ ਕਿ ਆਪਣੀ ਆਵਾਜ਼ ਜਿਹੜੀ ਆਪਾਂ ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਕਿਉਂਕਿ ਕਈ ਸਾਧੂ ਸੰਤਾਂ ਮਹਾਤਮ ਬਾਰੇ ਸਾਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਨਹੀਂ ਦੱਸਿਆ ਜਾਂਦਾ। ਦੇਖੋ ਜੀ, ਜਿੰਨੇ ਵੀ ਸਾਧੂ ਸੰਤ ਮਹਾਤਮਾ ਆਏ ਆ, ਉਹਨਾਂ ਦੀਆਂ ਜਿਹੜੀਆਂ ਸੱਚਾਈਆਂ, ਮਜ਼੍ਹਬਾਂ ਦੀਆਂ ਸੱਚਾਈਆਂ ਸਾਰੀਆਂ ਇੱਕੋ ਹੀ ਆ ਜੇ ਅਸੀਂ ਡੂੰਘਾਈ ਤੇ ਜਾਈਏ। ਹਾਂਜੀ, ਸਾਰਿਆਂ ਨੇ ਇਹੀ ਸਮਝਾਇਆ ਵੀ ਸਾਡਾ ਗੁਰੂ ਸ਼ਬਦ ਹੈ ਜੀ। ਜਿੰਨੇ ਵੀ ਮਹਾਤਮਾ ਆਉਂਦੇ ਆ ਇਹ ਸਭ ਸਰੂਪ ਦੇ ਵਿੱਚ ਆਉਂਦੇ ਆ। ਜਿੱਦਾਂ ਪਹਿਲੀ ਪਾਤਸ਼ਾਹੀ ਮਹਾਰਾਜ ਜੀ ਨੇ ਕਿਹਾ ਕਿ ਵੀ ਸ਼ਬਦੇ ਧਰਤੀ, ਸ਼ਬਦੇ ਕਾਸ਼, ਸ਼ਬਦੇ ਸ਼ਾਦ ਭਇਆ ਪ੍ਰਕਾਸ਼। ਦੇਖੋ ਮਹਾਰਾਜ ਜੀ ਨੇ ਕਿੰਨੀ ਕਿਰਪਾ ਕੀਤੀ, ਅੱਗੇ ਆਪੇ ਜਵਾਬ ਦੇ ਦਿੱਤਾ। ਕਹਿੰਦੇ ਸਗਲੀ ਸ਼ੇਰ ਸ਼ਬਦ ਕੇ ਪਾਛੇ, ਨਾਨਕ ਸ਼ਬਦ ਘਟੇ ਘਟ ਆਛੇ। ਹਾਂਜੀ, ਉਹ ਸਾਰਿਆਂ ਦੇ ਅੰਦਰ ਉਹ ਜਿਹੜਾ ਸ਼ਬਦ ਹੈ ਉਹ ਗੂੰਜ ਰਿਹਾ। ਹਾਂਜੀ, ਤੇ ਫਿਰ ਦੂਸਰੀ ਪਾਤਸ਼ਾਹੀ ਨੇ ਸ਼ਾਇਦ ਹੋਰ ਮਜ਼ਬੂਤ ਕੀਤੀ ਆ, ਭਰੀ ਆ ਜੀ। ਉਹ ਕਹਿੰਦੇ ਅੱਖਾਂ, ਉਹ ਸ਼ਬਦ ਨੂੰ ਕਹਿੰਦੇ ਦੇਖਣਾ ਕਿੱਦਾਂ, ਸੁਣਨਾ ਕਿੱਦਾਂ। ਕਹਿੰਦੇ ਅੱਖਾਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਤ ਮਾਰਨਾ, ਨਾਨਕ ਹੁਕਮ ਪਛਾਣ ਕੇ ਤੇ ਉਹ ਖਸਮੇ ਮਿਲਣਾ। ਹਾਂਜੀ, ਕਿਉਂਕਿ ਇਹ ਜਿਹੜੀ ਆ ਜੋ ਵੀ ਸਾਨੂੰ ਇਹ ਸਾਧੂ ਸੰਤਾਂ ਮਹਾਤਮਾ ਨੇ ਕੋਲ ਸਾਨੂੰ ਜਾਣਾ ਪੈਂਦਾ ਜੀ। ਹਾਂਜੀ, ਕਿਉਂਕਿ ਤਦੇ ਇਸ ਚੀਜ਼ ਬਾਰੇ ਪਤਾ ਲੱਗਦਾ ਜੋ ਦੂਸਰੀ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਸਾਨੂੰ ਇਹ ਸਮਝਾਇਆ। ਹਾਂਜੀ, ਇਸ ਤਰ੍ਹਾਂ ਨਹੀਂ ਮਤਲਬ ਵੀ ਜੇ ਅਸੀਂ ਮਤਲਬ ਜਾਂ ਪੜ੍ਹ ਕੇ ਜਾਂ ਕਿਸ ਤਰ੍ਹਾਂ, ਇਸ ਤਰ੍ਹਾਂ ਨਹੀਂ ਸਮਝ ਆਉਂਦੀ ਸਾਨੂੰ ਗੁਰੂ ਦੀ ਲੋੜ ਹੈ, ਗੁਰੂ ਪਾਸ ਜਾਣਾ ਪੈਂਦਾ ਜੀ। ਜਿਸ ਤਰ੍ਹਾਂ ਪਹਿਲੀ ਪਾਤਸ਼ਾਹ ਮਹਾਰਾਜ ਲਿਖਦੇ ਆ, ਕਹਿੰਦੇ ਵੀ ਨਾਨਕ ਪੜ੍ਹੀਏ ਲੱਖ ਮਣਾ, ਪੜ੍ਹ ਕੀਜੇ ਭਾਓ, ਮਸੂ ਟੋਟ ਨਾ ਆਵੀ, ਲਿਖਣ ਪਵਨ ਚਲਾਏ। ਦੇਖ ਲਓ, ਇਨਸਾਨ ਆਪਣੀ ਸਾਰੀ ਲਾਈਫ ਦੇ ਵਿੱਚ ਲੱਖ ਮਣ ਕੋਈ ਪੜ੍ਹ ਨਹੀਂ ਸਕਦਾ। ਹਾਂਜੀ, ਇਸ ਕਰਕੇ ਸਾਨੂੰ ਬਾਰ-ਬਾਰ ਜਾਣ ਕੇ ਸ਼ਬਦ ਦਾ, ਸੰਤਾਂ ਦਾ ਬਲਾਂ ਕਾਹਤੇ ਇਸ਼ਾਰਾ ਕੀਤਾ ਜਾਂਦਾ ਵੀ ਜਾਓ ਉਹਨਾਂ ਦੀ ਸ਼ਰਨ ਦੇ ਵਿੱਚ। ਪਹਿਲੀ ਪਾਤਸ਼ਾਹੀ ਆਈ ਹੈ, ਦੇਖ ਲਓ ਜੀ, ਉਹਨੇ ਵੀ ਸ਼ਰਨ ਲਈ। ਦੂਸਰੀ ਪਾਤਸ਼ਾਹੀ, ਤੀਸਰੀ, ਚੌਥੀ, ਸਾਰੇ ਜੀ ਇਸੇ ਤਰ੍ਹਾਂ ਮਤਲਬ ਜੋ ਪਰਮਾਤਮਾ ਨੇ ਕਾਨੂੰਨ ਬਣਾਇਆ ਆ ਇਸੇ ਤਰ੍ਹਾਂ। ਹਾਂਜੀ, ਕਿਉਂਕਿ ਜਿਹੜੀ ਜਲਦੀ ਜੋਤ ਹੁੰਦੀ ਆ ਉਹ ਦੂਸਰੀ ਜੋਤ ਨੂੰ ਲਾ ਸਕਦੀ ਹੈ। ਹਾਂਜੀ, ਗੁਰਦਾਸ ਮਹਾਰਾਜ ਆਏ ਆ, ਕਬੀਰ ਮਹਾਰਾਜ ਆਏ। ਹਾਂਜੀ, ਜਿੰਨੇ ਵੀ ਸਾਧੂ ਸੰਤਾਂ ਮਹਾਤਮਾ ਆਏ ਆ, ਸਾਰਾ ਜਿੰਨਾ ਵੀ ਉਪਦੇਸ਼ ਹੈ ਇਹ ਇੱਕੋ ਹੀ ਆ ਜੀ। ਹਾਂਜੀ, ਤੇ ਬਾਕੀ ਅਸੀਂ ਜਿੱਦਾਂ ਵੀ ਇੱਕ ਦੂਸਰੇ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ। ਹਾਂਜੀ, ਜੋ ਬਾਣੀ ਹੈ ਇਹ ਤੇ ਵਿਚਾਰ ਕਰਨੀ ਚਾਹੀਦੀ, ਸਾਨੂੰ ਬਾਣੀ ਕਹਿੰਦੀ ਕੀ ਆ। ਹਾਂਜੀ, ਉਹਦੇ ਬਾਰੇ ਵਿਚਾਰ ਕਰਨਾ ਚਾਹੀਦਾ। ਤੇ ਮੈਂ ਇੰਨਾ ਕੁਛ ਕਹਿੰਦਾ ਹੋਇਆ ਜੀ, ਦਾਸ ਖੇਮਾਂ ਦਾ ਜਾਚਕਿਆ ਜੀ, ਜੋ ਕੋ ਭੁੱਲ ਚੁੱਕ
गलती माफ करना जी। ਬਹੁਤ ਬਹੁਤ ਧੰਨਵਾਦ ਜੀ। ਇਹ ਜੋ ਦਾਸ ਗੱਲ ਕਰ ਰਿਹਾ ਸੀ ਕਿ ਜੋ ਜਿਨ੍ਹਾਂ ਨੂੰ ਆਪਾਂ ਭਗਤੀ ਜੋ ਕਹਿੰਦੇ ਆ, ਭਗਤੀ ਲਹਿਰ ਕਹਿੰਦੇ ਆ, ਇਸ ਲਹਿਰ ਦੇ ਵਿੱਚ ਇੱਕ ਨਹੀਂ ਦੋ ਨਹੀਂ ਬਹੁਤ ਸਾਰੇ ਮਹਾਤਮਾ ਨੇ ਆਪਣਾ, ਸੰਤਾਂ ਮਹਾਂਪੁਰਸ਼ਾਂ ਨੇ ਆਪਣਾ ਯੋਗਦਾਨ ਪਾਇਆ ਔਰ ਸਮੇਂ ਸਮੇਂ ਨਾਲ ਪਾਉਂਦੇ ਰਹੇ। ਕਿਉਂਕਿ ਦਾਸ ਨੇ ਪਹਿਲਾਂ ਦੱਸਿਆ ਹੈ ਕਿ ਜੇ ਆਪਾਂ ਗੁਰੂ ਨਾਨਕ ਦੇਵ ਜੀ ਦਾ ਸਮਾਂ ਲਈਏ ਤਾਂ ਸਤਿਗੁਰ ਫਰੀਦ ਜੀ ਦਾ ਔਰ ਜੈਦੇਵ ਦਾ ਸਮਾਂ ਲਈਏ ਤੇ ਇਹਨਾਂ ਵਿੱਚ ਤਕਰੀਬਨ 300 ਸਾਲ ਦਾ ਫਰਕ ਪੈਂਦਾ ਹੈ। ਔਰ ਇਹਨਾਂ 200-250 ਸਾਲ ਦੇ ਵਿੱਚ ਜਾਂ 300 ਸਾਲ ਦੇ ਵਿੱਚ ਬਹੁਤ ਕੁਝ ਹੋਇਆ, ਪਰ ਜੋ ਕੁਝ ਸਾਡੇ ਮਹਾਂਪੁਰਸ਼ਾਂ ਨੇ ਇਹ ਰੰਭਿਆ, ਅਸੀਂ ਇਹੀ ਦੇਖਣਾ ਹੈ ਕਿ ਉਹਨਾਂ ਮਹਾਂਪੁਰਸ਼ਾਂ ਦੀ ਜੋ ਕੀਤੀ ਹੋਈ ਕਮਾਈ ਹੈ, ਉਪਦੇਸ਼ ਹੈ, ਉਹ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਨੂੰ ਆਪਣੀ ਜ਼ਿੰਦਗੀ ਵਿੱਚ ਹੰਡਾ ਰਹੇ ਹਾਂ ਜਾਂ ਹੰਡਾਉਣਾ ਹੈ ਜਾਂ ਆਪਣਾ ਹੰਡਾ ਰਹੇ ਹਾਂ। ਔਰ ਉਹਨਾਂ ਦੇ ਜੋ ਮੰਤਵ ਸੀ ਗਿਆਨੀ ਜੀ, ਕੀ ਅਸੀਂ ਉਸ ਮੰਤਵ ਵਿੱਚ ਕਿੰਨਾ ਕੁ ਸਫਲ ਹੋਏ ਹਾਂ, ਤੁਸੀਂ ਇਸ ਬਾਰੇ ਥੋੜਾ ਚਾਨਣਾ ਪਾਓ। परम सत्कारयोग साध संग जियो, गुरबाणी इस जग में चानन कर्म वसै मन आए। गुरबाणी, बाणी गुरु गुरु है, बाणी विच बाणी अमृत सारे। गुरबाणी कह सेवक जन माने, परतख गुरु नस्तारे। सब तो वड्डा साडा फेथ है, यकीन है, कॉन्फिडेंस है। जे साडा पूरा फेथ है, यकीन है, सानू बहुत कुछ प्राप्त हो सकता है। सो गुरु रूप साध संगत जियो, इलाही बाणी जिन्ने भी महापुरुष संसार ते आए, उन्होंने आपां नूं यही संदेश दिता है कि ऐ जीव, तै संसार ते सदा वास्ते कायम नहीं रहना है, तू अपने असली शहर दा फिक्र कर। देखो हर एक महापुरुषां ने आपो अपनी जबान दे विच, आपो अपनी भाषा दे विच उस स्वर्ग दा वर्णन कीता है। मेरे हजूर महबूब रहबर धन धन साहब श्री गुरु रविदास महाराज जी ने देखो कितना सुंदर वर्णन किया है। बेगम पूरा शहर को नाम दुख दो नहीं तो ठाव वाला शब्द, ये कोई शक वाली नहीं है। ना उत्ते पहला दर्जा है, ना दूजा, ना तीजा, ना चौथा। कोई गम नहीं है, ना उच्चा है, ना नीमा है, ना कोई तगड़ा है, ना माड़ा है, ना कोई गरीब है, ना अमीर है, सारे वास्ते एको दर्जा है। सो गुरु रूप साध संगत जियो, धन धन साहब श्री गुरु सतगुरु कबीर जी आए, उन्होंने बड़ा सुंदर संदेश देता है कि ऐ जीव, तेरा 24 घंटे तेनू कहदी रिसर्च चाहिए है, कहदी खोज चाहिए है। गुरु साध संगत जियो, सतगुरु कबीर जी ने बेनती की, सच्चे पातशाह सानू इदां दे शहर दा हाल दसो कि जिहड़ा सदा वास्ते कायम रहिंदा है, तुहाडी रहन किथे गुजरदी है। बड़ा सुंदर वर्णन करते ने, महरम होए सो जाने साधो वैसा देशो हमारा, जात वर्ण कुल करया नाहि संध्या ने विचारा, बिना सीबा मोती उपजे बिनसुर शब्द उचारा। कहो कबीर वहां रहनो माए बूझे गुरमुख प्यारा। सो बेगमपुरे दा वर्णन किया, स्वर्ग दा वर्णन किया है। धन धन साहब श्री गुरु नानक पातशाह ने जी देखो कितना सुंदर वर्णन किया है। जपजी साहब की 27वीं पौड़ी पढ़ के वेखिए, सारा बड़े सुंदर ढंग के वर्णन किया है। सो दर तेरा कहा सो कर कहा वाली जो पौड़ी है ना, 27वीं 441 अक्षर हैं। देखो उसे स्वर्ग की उसे महिमा कर रहे हैं, ऐसा स्वर्ग है, कैसा दर है। इसे करके धन धन साहब श्री गुरु कबीर साहब जी महाराज जी ने दसिया सी कि कहते ने, जे दर आपत जातियो हटके नाही कोई। गुरु शासन कहते इदा दा दर, कहते सो दर कैसे छोड़िए जो दर ऐसा होए। ये दर एक ऐसा है, महापुरुषों का दर एक ऐसा है ना, बड़ा सुंदर दर है। इस दर तो कोई ठौने वाला नहीं, कोई रोक नहीं सकता है। इस दर तो सारिया दातां प्राप्त होंदियां ने। गुरु शासन जियो, ये दर एक ऐसा है, पर भागां वाले इस दर का दर्शन दीदार करते हैं, इस दर ते सीस निभाते हैं। सो गुरु शासन जियो, ठीक ही किसी विद्वान ने आख्या है, जो गुरु प्रसाद संग जियो, ये शीश मिला है गुरु के चरणों में झुकाने के लिए, ये हाथ मिले हैं सेवा में लाने के लिए, ये पांव मिले हैं मंदिर मस्जिद गुरुद्वारा चर्च में जाने के लिए। सो गुरु प्रसाद संग जियो, ये जो सानू पावन स्थानां ते ले जाण वाले, सेवा करने वाले, ये भागां दे नाल प्राप्त हुंदे हन। गुरु प्रसाद संग जियो, ये ठीक है कि भागां तो बगैर महापुरुषां दी संगत नहीं की जाती। उन्होंने तो बड़ा सुंदर वर्णन किया है, ऐ जीव मैं तेनू 84 लाख जून का सरदार बना के ते भेजिया है। इस धरती में तेरी सरदारी अवर जौन तेरी पनहारी, बाकी जूना तेरा पानी भारिया रही। तो देखो कैसी सरदारी है, केडी वड्डी साडे ते किरपा है। आओ प्यार दसो, इस तो अलावा स्टेज साइड वर्णन करनगे। आओ प्यार दसो।
ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ। ਆਪਾਂ ਇਹ ਜਿਹੜੋ ਆਪ ਜੀ ਨੇ ਸ਼ਬਦ ਸੰਗਤਾਂ ਦੇ ਵਿੱਚ ਰੱਖਿਆ ਹੈ, ਬੇਗਮਪੁਰਾ ਸ਼ਹਿਰ ਕੋ ਨਾਮ ਦੁੱਖ ਅੰਦੋ ਨਹੀਂ ਤੈ ਠਾਓ, ਇਹਨਾਂ ਸ਼ਬਦਾਂ ਦੀ ਆਪਾਂ ਆਉਣ ਵਾਲੇ ਹਫ਼ਤਿਆਂ ਵਿੱਚ ਵਿਚਾਰ ਲੜੀਵਾਰ ਸ਼ੁਰੂ ਕਰਨੀ ਹੈ। ਸ੍ਰੀ ਰਾਗ ਤੋਂ ਲੈ ਕੇ ਰਾਗ ਮਲਾਰ ਤੱਕ ਜਿੰਨੇ ਵੀ 40 ਸ਼ਬਦ ਹਨ, ਕੋਸ਼ਿਸ਼ ਕਰਾਂਗੇ ਕਿ ਉਸ ਪਰਮਾਤਮਾ ਦੀ, ਸਤਿਗੁਰੂ ਦਾਸ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਦੇ ਮਹਾਵਾਕ ਅਨੁਸਾਰ ਜੋ ਵੀ ਸਤਿਗੁਰੂ ਬਖਸ਼ਿਸ਼ ਕਰਨਗੇ ਉਸ ਅਨੁਸਾਰ ਆਪਾਂ ਲੜੀਵਾਰ ਹਰ ਸ਼ਬਦ ਦੀ ਸੂਝ ਅਨੁਸਾਰ, ਗਿਆਨੀ ਨਹੀਂ ਹਾਂ, ਕਥਾਵਾਚਕ ਨਹੀਂ ਹਾਂ, ਪਰ ਉਹਨਾਂ ਦੀ ਬੜੀ ਬਖਸ਼ਿਸ਼ ਹੈ ਕਿ ਜਿੰਨੀ ਵੀ ਆਪਾਂ ਨੂੰ ਬਖਸ਼ਿਸ਼ ਮਿਲੇਗੀ ਉਸ ਬਖਸ਼ਿਸ਼ ਦੇ ਨਾਲ ਲੜੀਵਾਰ ਆਪਾਂ ਨੇ ਸਾਰੇ ਸ਼ਬਦਾਂ ਦਾ ਜੋ ਬਾਕੀ ਵਿੱਚ ਹੋਰ ਸ਼ਬਦ ਹਨ ਉਹਨਾਂ ਦਾ ਦੇ ਕੇ ਉਦਾਹਰਨਾਂ ਜਾਂ ਉਹਨਾਂ ਨਾਲ ਰਲਾ ਕੇ ਆਪਾਂ ਲੜੀਵਾਰ ਆਪਾਂ ਜੋ ਹੈ ਵਿਆਖਿਆ ਸ਼ੁਰੂ ਕਰਾਂਗੇ। ਔਰ ਦਾਸ ਅੱਜ ਇੱਕ ਵਾਰ ਫਿਰ ਜੋ ਦੀਵਾਲੀ ਦਾ ਤਿਉਹਾਰ ਹੈ 26 ਤਰੀਕ ਨੂੰ ਆ ਰਿਹਾ ਹੈ, ਸਾਰੇ ਹੀ ਸਮੁੱਚੇ ਜਗਤ ਨੂੰ ਉਸ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹੈ। ਔਰ ਜੋ ਸ਼੍ਰੀ ਗੁਰਦਾਸ ਧਾਰਮਿਕ ਸਭਾ ਵੱਲੋਂ 181 ਦਿੱਲੀ ਰੋਡ ਵਿਖੇ ਬੁੱਧਵਾਰ ਵਾਲੇ ਦਿਨ ਸ਼ਾਮਾਂ ਦੀਵਾਨ ਕੀਰਤਨ ਔਰ ਉਸ ਤੋਂ ਬਾਅਦ ਫਾਇਰ ਵਰਕ ਡਿਸਪਲੇ ਹੋ ਰਿਹਾ ਹੈ, ਸਾਰੀ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜ਼ਰੂਰ ਹਮ ਹਮਾ ਕੇ ਉਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਓ ਔਰ ਵੱਧ ਚੜ ਕੇ ਉਹਦੇ ਵਿੱਚ ਗੁਰੂ ਘਰ ਆ ਕੇ ਰੌਣਕਾਂ ਹੀ ਵਧਾਓ। ਔਰ ਨਾਲ ਹੀ ਦਾਸ ਇੱਕ ਵਾਰ ਫਿਰ ਬੇਨਤੀ ਕਰੇ ਕਿ ਇਹ ਜੋ ਚੈਨਲ ਹੈ, ਇਹ ਜੋ ਮੀਡੀਆ ਹੈ, ਇਸ ਵਿੱਚ ਆਪ ਸਭ ਨੂੰ ਖੁੱਲ੍ਹਾ ਸੱਦਾ ਹੈ, ਬਿਨਾਂ ਕਿਸੇ ਭੇਦਭਾਵ ਦੇ। ਆਪ ਸਾਰਿਆਂ ਦਾ ਫਰਜ਼ ਬਣਦਾ ਹੈ, ਕਿਉਂਕਿ ਅੱਜ ਦਾਸ ਨੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈ ਕਿ ਇਹ ਮੀਡੀਆ ਦਾ ਯੁੱਗ ਹੈ, ਮੀਡੀਆ ਦਾ ਸਮਾਂ ਹੈ। ਅੱਜ ਆਪਾਂ ਨੂੰ ਇਹ ਸਮਾਂ ਪ੍ਰਾਪਤ ਹੋਇਆ ਹੈ, ਅੱਜ ਆਪਾਂ ਇਸ ਨੂੰ ਜੋ ਹੈ ਇਸ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਵੱਧ ਤੋਂ ਵੱਧ ਫਾਇਦਾ ਇਹਦਾ ਜੋ ਹੈ ਫਾਇਦਾ ਹੈ ਆਪਾਂ ਵੀ ਲਈਏ ਔਰ ਆਪਣੀ ਸਮੁੱਚੀ ਕਮਿਊਨਿਟੀ ਦੇ ਵਿੱਚ ਇਸ ਦਾ ਜੋ ਹੈ ਉਸ ਨੂੰ ਪਹੁੰਚਾਈਏ, ਤਾਂ ਕਿ ਆਪਾਂ ਵੱਧ ਤੋਂ ਵੱਧ ਸਤਿਗੁਰਾਂ ਦਾ ਉਪਦੇਸ਼ ਆਪਣੇ ਜੀਵਨ ਵਿੱਚ ਔਰ ਘਰਾਂ ਦੇ ਵਿੱਚ ਆ ਸਕੇ ਆਪਣੇ ਜੀਵਨ ਨੂੰ ਸਫਲ ਕਰੀਏ। ਇਸ ਦੇ ਨਾਲ ਹੀ ਆਪ ਦਾ ਸਭ ਨੂੰ ਇੱਕ ਵਾਰ ਫੇਰ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਪਿਆਰ ਭਰੀ ਜੈ ਗੁਰਦੇਵ। ਜੋ ਬੋਲੇ ਸੋ ਨਿਰਭੈ ਸਤਿਗੁਰੂ ਦਾਸ ਮਹਾਰਾਜ ਕੀ ਜੈ। ਬਹੁਤ ਬਹੁਤ ਧੰਨਵਾਦ ਜੀ। ਅਗਲੇ ਹਫ਼ਤੇ ਤੱਕ